ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਸ੍ਰੀ श्रवण कीता सी कि धन श्री गुरु अमरदास महाराज जी ने अपने छोटे पुत्र बाबा मोरी जी नूं उपदेश दे के माया तो दूर किया। गुरु साहब कह लगे पुत्र माया सब कुछ नहीं है, पापा वाजू होवे नाही मोया साथ ना जाई। महाराज कहने पुत्र जिहड़ी माया है ना
ਬਹੁਤੀ ਤਾਂ ਪਾਪਾਂ ਕਰਕੇ ਪ੍ਰਾਪਤ ਹੁੰਦੀ ਹੈ ਤੇ ਮੋਇਆ ਤੋਂ ਇਹ ਨਾਲ ਜਾਣ ਵਾਲੇ ਨਹੀਂ। ਅਸਲੀ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੁੱਤਰ ਪਰਮੇਸ਼ਰ ਦਾ ਨਾਮ ਹੈ ਜੋ ਸਾਥ ਨਿਭਣ ਵਾਲਾ ਹੈ। ਤੇ ਅੱਜ ਭਾਈ ਸੰਤੋਖ ਸਿੰਘ ਜੀ ਉਪਦੇਸ਼ ਬਖਸ਼ ਕਰਦੇ ਨੇ, ਬਾਵਨ ਚੰਦਨ ਸਤਿਗੁਰੂ ਹੋਮੈ ਜਿਨ ਮਨ ਦੇਸ, ਮਲਿਆ ਕਰਤ ਤਰਵਰਨ ਕੋ ਤਿਉ ਨਰ ਭਗਤ ਅਸੇਸ। ਕਹਿੰਦੇ ਜਿਵੇਂ ਬਣਾ ਦੇਸਾਂ ਵਿੱਚ ਬਾਵਨ ਚੰਦਨ ਭਾਵ ਸ੍ਰੇਸ਼ਟ ਚੰਦਨ ਰੂਪੀ ਸਤਿਗੁਰੂ ਜੀ ਹੋਣ, ਜਿਵੇਂ ਬਾਵਨ ਚੰਦਨ ਨਾਲ ਲੱਗਦੇ ਬਿਰਛਾਂ ਨੂੰ ਚੰਦਨ ਕਰ ਦਿੰਦਾ ਹੈ। ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਚੰਦਨ ਕਾ ਬਿਰਵਾ ਭਲਾ, ਡੇੜਿਓ ਟਾਕ ਪਲਾਸ। ਕੋਈ ਵੀ ਚੰਦਨ ਹੋਏ ਰਹਾ ਬਸੇ ਜੋ ਚੰਦਨ ਪਾ। ਜਿਹੜੇ ਬੂਟੇ ਚੰਦਨ ਦੇ ਕੋਲ ਹੁੰਦੇ ਨੇ ਭਗਤ ਜੀ ਕਹਿੰਦੇ ਚੰਦਨ ਵਰਗੇ ਬਣ ਜਾਂਦੇ ਨੇ। ਇਸੇ ਤਰ੍ਹਾਂ ਗੁਰੂ ਚੰਦਨ ਹੈ। ਜਿਹੜੇ ਮਨੁੱਖ ਗੁਰੂ ਕੋਲੇ ਰਹਿੰਦੇ ਨੇ ਬਾਣੀ ਨਾਲ ਜੁੜ ਜਾਂਦੇ ਨੇ ਉਹ ਵੀ ਚੰਦਨ ਵਰਗੇ ਜੀਵਨ ਵਾਲੇ ਬਣ ਜਾਂਦੇ ਹਨ। ਚੌਪਈ ਗੋਇੰਦਵਾਲ ਵਸੇ ਕਥਾਨ, ਸਕਲ ਦੇਸ ਵੀ ਭਗਤ ਮਹਾਨ। ਜਹ ਕਹਤੇ ਸੁਨ ਕਰ ਜਗਿਆਸੀ, ਆਨੰਦ ਧਾਰ ਵਸਹਿ ਗੁਰ ਪਾਸੀ। ਗੋਇੰਦਵਾਲ ਇੱਕ ਥਾਂ ਤੇ ਵਸਦਾ ਸੀ ਜਿੱਥੇ ਸਾਰੇ ਦੇਸ਼ ਵਿੱਚ ਮਹਾਨ ਭਗਤੀ ਦਾ ਫੈਲਾਅ ਹੋਇਆ ਸੀ। ਜਿੱਥੋਂ ਕਿਤੋਂ ਗਿਆਨ ਅਭਿਆਸੀ ਮਨੁੱਖ ਇਸ ਬਾਰੇ ਸੁਣ ਕੇ ਆਨੰਦ ਧਾਰਨ ਕਰਦੇ ਗੁਰੂ ਦੇ ਕੋਲ ਆ ਕੇ ਵਾਸਾ ਕਰਦੇ ਸਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਨੂੰ ਬਹੁਤ ਵੱਡਾ ਤੀਰਥ ਬਣਾ ਦਿੱਤਾ। ਜਿੱਥੇ ਆਪਾਂ ਦਰਸ਼ਨ ਕਰਦੇ ਆ ਨਾ 84 ਪੌੜੀਆਂ ਨੇ, ਉਹ ਨਗਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਇਆ ਸੀ। ਦੂਰੋਂ ਦੂਰੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਚਾਰ ਪਦਾਰਥ ਠਾਂਡੇ ਦੁਆਰੇ, ਦੇਤ ਜਨਨ ਕੋ ਖੁਲੇ ਭੰਡਾਰੇ। ਜਿਮ ਚਿਤ ਚਿਤਵੈ ਗੁਰੂ ਕਿਰਪਾਲ, ਸੋ ਵਿਦਵਨ ਹੈ ਆਨ ਤਤਕਾਲ। ਚਾਰੋਂ ਪਦਾਰਥ ਗੁਰੂ ਸਾਹਿਬ ਦੇ ਦੁਆਰ ਤੇ ਖੜੇ ਰਹਿੰਦੇ ਨੇ। ਠਾਕੁਰ ਕਰਤਲ ਧਰਿਆ, ਜਨ ਨਾਨਕ ਬਲਵਨ ਸਦ ਬਲ ਜਾਈਏ, ਤਿਰੰਤ ਨਪਾਰਾ ਵਰਿਆ। ਲੋਕਾਂ ਨੂੰ ਖੁੱਲੇ ਭੰਡਾਰੇ ਗੁਰੂ ਸਾਹਿਬ ਜੀ ਬਖਸ਼ ਕਰਦੇ ਨੇ। ਜਿਵੇਂ ਕਿਰਪਾਲੂ ਗੁਰੂ ਜੀ ਹਿਰਦੇ ਵਿੱਚ ਸੋਚ ਵਿਚਾਰਦੇ ਉਸੇ ਢੰਗ ਨਾਲ ਤੁਰੰਤ ਪੂਰਾ ਹੋ ਜਾਂਦਾ ਸੀ। ਇੱਕ ਦਿਨ ਮਜਨ ਕਰ ਗੁਰ ਥਿਰੇ, ਭਾਨੀ ਆਏ ਦਰਸ ਕਹੋ ਕਰੇ। ਪਿਖ ਤਨਜਾ ਪਰ ਪਰਮ ਕਿਰਪਾਲ, ਸ੍ਰੀ ਮੁਖ ਤੇ ਬੋਲੇ ਤਿਸ ਕਾਲ। ਇੱਕ ਦਿਨ ਇਸ਼ਨਾਨ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਸਨ। ਗੁਰੂ ਸਾਹਿਬ ਦੀ ਛੋਟੀ ਪੁੱਤਰੀ ਬੀਬੀ ਭਾਨੀ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਤਦ ਕਿਰਪਾਲੂ ਗੁਰੂ ਸਾਹਿਬ ਜੀ ਨੇ ਆਪਣੀ ਛੋਟੀ ਪੁੱਤਰੀ ਨੂੰ ਵੇਖ ਕੇ ਆਪਣੇ ਮੁਖ ਤੋਂ ਉਚਾਰਨ ਕੀਤਾ, ਰਾਮਦਾਸ ਅਵ ਤਨ ਪਰ ਹਰੈ, ਕਹੋ ਪੁੱਤਰੀ ਕਿਆ ਤਬ ਤੂੰ ਕਰੈ। ਛਿਨ ਭੰਗਰ ਸਭ ਹੈ ਸਰੀਰ, ਬਿਨਸਤ ਤੁਰਤ ਨਾ ਕਰਹੀ ਤੀਰ। ਗੁਰੂ ਅਮਰਦਾਸ ਮਹਾਰਾਜ ਆਪਣੀ ਬੇਟੀ ਨੂੰ ਕਹਿਣ ਲੱਗੇ, ਪੁੱਤਰੀਏ ਜੇਕਰ ਰਾਮਦਾਸ ਨੂੰ ਆਪਣਾ ਸਰੀਰ ਤਿਆਗ ਦੇਵੇ, ਦੱਸੋ ਪੁੱਤਰੀ ਉਸ ਵੇਲੇ ਤੂੰ ਕੀ ਕਰੇਂਗੀ। ਰਾਮਦਾਸ ਗੁਰੂ ਅਮਰਦਾਸ ਪਾਤਸ਼ਾਹ ਦੇ ਜਵਾਈ ਸਨ, ਬੀਬੀ ਭਾਨੀ ਦੇ ਪਤੀ ਸਨ। ਗੁਰੂ ਅਮਰਦਾਸ ਕਹਿਣ ਲੱਗੇ, ਧੀਏ ਜੇ ਤੇਰਾ ਪਤੀ ਚੜਾਈ ਕਰ ਜਾਏ ਦੱਸ ਤੂੰ ਕੀ ਕਰੇਂਗੀ। ਸਾਰੇ ਸਰੀਰ ਤਤਕਾਲ ਇੱਕ ਛਿਨ ਵਿੱਚ ਨਾਸ ਹੋ ਜਾਂਦੇ ਨੇ, ਇੱਥੇ ਫਿਰ ਕਿਸੇ ਨੇ ਨਹੀਂ ਰਹਿਣਾ। ਭਾਨੀ ਮਹਾ ਚਤੁਰ ਸਭ ਜਾਨੀ, ਹੋਤ ਨਾ ਕਬਹੂ ਕੂਰ ਪਿਤਵਾਨੀ। ਦ੍ਰਿੜ ਨਿਸ਼ਚੇ ਤਰ ਇਸੀ ਪ੍ਰਕਾਰੀ, ਕਰਤ ਸਿੰਘ ਰਹਿ ਨਕ ਨਾਥ ਉਤਾਰੀ। ਬੀਬੀ ਭਾਨੀ ਨੂੰ ਇਹ ਵੀ ਪਤਾ ਸੀ ਵੀ ਜੋ ਗੁਰੂ ਅਮਰਦਾਸ ਮਹਾਰਾਜ ਮੇਰੇ ਪਿਤਾ ਜੀ ਕਹਿੰਦੇ ਨੇ ਵਚਨ ਪੂਰੇ ਹੁੰਦੇ ਨੇ। ਹੁਣ ਦੇਖੋ ਗੁਰੂ ਅਮਰਦਾਸ ਨੇ ਆਪਣੀ ਧੀ ਨੂੰ ਕਿਹਾ, ਧੀਏ ਜੇ ਤੇਰਾ ਪਤੀ ਰਾਮਦਾਸ ਚੜਾਈ ਕਰ ਜਾਏ ਤੂੰ ਕੀ ਕਰੇਂਗੀ। ਫਿਰ ਜਦੋਂ ਬੀਬੀ ਭਾਨੀ ਬਹੁਤ ਦਾਨੀ ਸੀ, ਉਹ ਸਭ ਕੁਝ ਜਾਣ ਗਈ।
ਵੀ ਸਤਿਗੁਰੂ ਮੇਰੇ ਪਿਤਾ ਦੇ ਵਚਨ ਕਦੇ ਝੂਠੇ ਨਹੀਂ ਹੋ ਸਕਦੇ। ਦ੍ਰਿੜ ਨਿਸ਼ਚਾ ਧਾਰਨ ਕਰਦੀ ਹੋਈ ਇਸ ਤਰ੍ਹਾਂ ਕੀਤਾ ਕਿ ਉਸਨੇ ਤੁਰੰਤ ਨੱਕ ਦੀ ਨੱਥ ਉਤਾਰ ਦਿੱਤੀ। ਸ੍ਰੀ ਗੁਰ ਪਿਤ ਕੇ ਧਰੀ ਅਗਾਰੀ, ਹਾਥ ਜੋਰ ਮੁਖ ਬਿਨੈ ਵਿਚਾਰੀ। ਪ੍ਰਭ ਜੀ ਅਪਰਕਾਰ ਕਿਆ ਕਰਹੁ, ਜੇ ਵਿਦਵਾ ਕੇ ਧਰਮ ਸੋ ਤਰਹੁ। ਬੀਬੀ ਭਾਨੀ ਨੇ ਆਪਣੀ ਨੱਕ ਦੀ ਨੱਥ ਉਤਾਰ ਕੇ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਦੇ ਅੱਗੇ ਰੱਖ ਦਿੱਤੀ। ਹੱਥ ਜੋੜ ਕੇ ਮੁਖ ਤੋਂ ਬੇਨਤੀ ਕੀਤੀ, ਪਿਤਾ ਜੀ ਹੋਰ ਕਾਰਜ ਮੈਂ ਕੀ ਕਰਾਂਗੀ, ਜੋ ਵਿਧਵਾ ਦਾ ਧਰਮ ਹੈ ਉਹ ਧਾਰਨ ਕਰ ਲਵਾਂਗੀ। ਕਹਿਣ ਲੱਗੀ, ਪਿਤਾ ਜੀ ਹੋਰ ਕੀ ਕਾਰਜ ਹੋਣਾ, ਮੈਂ ਵਿਧਵਾ ਹੋ ਜਾਵਾਂਗੀ, ਜੋ ਵਿਧਵਾ ਵਾਲਾ ਕਾਰਜ ਉਹ ਨਿਭਾਵਾਂਗੀ। ਕਿ ਤੂੰ ਚਿਤਾ ਕੇ ਉੱਪਰ ਚਰਹੁ, ਜਰ ਕਰ ਪਤੀ ਕੇ ਸੰਗ ਸਿਧਰਹੁ। ਜੋ ਤੁਮ ਆਗਿਆ ਹੋਏ ਸੋ ਕਰਹੁ, ਨਿਸ਼ਚੈ ਮਰੋ ਸੋ ਹਿਰਦੈ ਵਿਚਰਹੁ। ਆਪਣੇ ਪਿਤਾ ਗੁਰੂ ਅਮਰਦਾਸ ਨੂੰ ਕਹਿਣ ਲੱਗੀ, ਪਿਤਾ ਜੀ ਜਾਂ ਤਾਂ ਮੈਂ ਵਿਧਵਾ ਹੋ ਜਾਵਾਂਗੀ, ਜਾਂ ਫਿਰ ਪਤੀ ਦੀ ਚਿਖਾ ਤੇ ਚੜ ਜਾਵਾਂਗੀ, ਜਲਦੀ ਪਤੀ ਨਾਲ ਚਲੀ ਜਾਵਾਂਗੀ। ਜਿਹੜੀ ਤੁਹਾਡੀ ਆਗਿਆ ਹੋਵੇ ਉਹ ਕਰਾਂਗੀ। ਸਤਿਗੁਰੂ ਜਿਵੇਂ ਤੁਸੀਂ ਕਹੋਗੇ। ਯਕੀਨ ਮਰ ਜਾਵਾਂਗੀ, ਉਹ ਹਿਰਦੇ ਵਿੱਚ ਵਿਚਾਰਿਆ ਹੈ। ਸੁਣ ਸ੍ਰੀ ਸਤਿਗੁਰ ਬਾਕ ਬਖਾਨੇ, ਹੇ ਪੁੱਤਰੀ ਸੁਨ ਸੁਮਤ ਮਹਾਨੇ। ਤਨ ਕੋ ਰਾਖ ਭਜੋ ਜਗਦੀਸ਼, ਅਬ ਮੈਂ ਕਰਹੁ ਤੁਮ ਬਖਸ਼ੀਸ। ਗੁਰੂ ਅਮਰਦਾਸ ਮਹਾਰਾਜ ਜਾਣੇ ਜਾਣ ਸਨ। ਇਹ ਵੀ ਗੁਰੂ ਸਾਹਿਬ ਨੂੰ ਪਤਾ ਸੀ ਵੀ ਰਾਮਦਾਸ ਦੀ ਉਮਰ ਪੂਰੀ ਹੋ ਚੁੱਕੀ ਹੈ। ਆਪਣੀ ਧੀ ਨੂੰ ਕਹਿਣ ਲੱਗੇ, ਧੀਏ ਜੇ ਤੇਰਾ ਪਤੀ ਚੜਾਈ ਕਰ ਗਿਆ ਕੀ ਕਰੇਂਗੀ। ਕਹਿਣ ਲੱਗੀ, ਪਿਤਾ ਜੀ ਜਾਂ ਤਾਂ ਵਿਧਵਾ ਹੋ ਜਾਵਾਂਗੀ, ਜਾਂ ਆਪਣੇ ਪਤੀ ਦੇ ਨਾਲ ਚਿਖਾ ਵਿੱਚ ਜਲ ਕੇ ਸੁਆਹ ਹੋ ਜਾਣਾ ਹੈ। ਜਦੋਂ ਗੁਰੂ ਸਾਹਿਬ ਜੀ ਨੇ ਆਪਣੇ ਧੀ ਦੇ ਵਚਨ ਸੁਣੇ ਨਾ, ਗੁਰੂ ਅਮਰਦਾਸ ਕਹਿਣ ਲੱਗੇ, ਹੇ ਧੀਏ ਸੁਣ, ਤੂੰ ਸ੍ਰੇਸ਼ਟ ਮਤ ਵਾਲੀ ਹੈ। ਸਰੀਰ ਨੂੰ ਕਾਇਮ ਰੱਖ ਕੇ ਉਸ ਪਰਮਾਤਮਾ ਦਾ ਸਿਮਰਨ ਕਰੋ। ਹੁਣ ਮੈਂ ਤੇਰੇ ਤੇ ਬਖਸ਼ਿਸ਼ ਕਰਦਾ ਹਾਂ। ਰਾਮਦਾਸ ਕੀ ਭੈ ਅਬ ਨਾਹੀ, ਪੂਰਨ ਅਬਦ ਆਜ ਦਿਨ ਮਾਹੀ। ਤਿਨ ਜੀਵਨ ਕੋ ਆਨ ਉਪਾਏ, ਨਹੀਂ ਹੋਤ ਨਿਸ਼ਚੈ ਇਮ ਲਿਆਏ। ਗੁਰੂ ਅਮਰਦਾਸ ਮਹਾਰਾਜ ਆਪਣੀ ਛੋਟੀ ਧੀ ਨੂੰ ਕਹਿਣ ਲੱਗੇ, ਧੀਏ ਤੇਰੇ ਪਤੀ ਦੀ ਉਮਰ ਖਤਮ ਹੋ ਚੁੱਕੀ ਹੈ। ਰਾਮਦਾਸ ਜੀ ਅੱਜ ਦੇ ਦਿਨ ਦੀ ਉਹਦੀ ਉਮਰ ਪੂਰੀ ਹੋ ਜਾਣੀ ਹੈ। ਬਸ ਅੱਜ ਦਾ ਦਿਨ ਹੈ। ਇੰਜ ਆ ਕੇ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੁਲਾਇਆ, ਕੋਲ ਬਿਠਾ ਕੇ ਚੰਗੀ ਤਰ੍ਹਾਂ ਸਮਝਾਇਆ। ਆਪਣੇ ਆਰ ਬਲ ਅਬ ਮੈਂ ਦੇਵੋ, ਹਿਤ ਪਰ ਲੋਕ ਗਮਨ ਸੁਭ ਲੇਵੋ। ਇਮ ਕਹਿ ਰਾਮਦਾਸ ਗੁਲਵਾਇਬ, ਨਿਕਟ ਬਿਠਾਏ ਭਲੇ ਸਮਝਾਇਬ। ਰਾਮਦਾਸ ਗੁਰੂ ਅਮਰਦਾਸ ਪਾਤਸ਼ਾਹ ਦੇ ਦਵਾਈ ਸਨ। ਗੁਰੂ ਅਮਰਦਾਸ ਮਹਾਰਾਜ ਨੇ ਰਾਮਦਾਸ ਨੂੰ ਆਪਣੇ ਕੋਲ ਬੁਲਾਇਆ, ਸਮਝਾਇਆ। ਕਹਿਣ ਲੱਗੇ, ਪੁੱਤਰ ਤੇਰੀ ਉਮਰ ਬੀਤ ਚੁੱਕੀ ਹੈ, ਤੇਰੀ ਉਮਰ ਪੂਰੀ ਹੋ ਚੁੱਕੀ ਹੈ। ਗੁਰੂ ਅਮਰਦਾਸ ਮਹਾਰਾਜ ਜਾਣੀ ਜਾਣ ਸਨ। ਇਸ ਬਾਰੇ ਹੁਣ ਅੱਗੇ ਹੀ ਜਾਣ ਲਿਆ ਹੈ। ਸਾਡੀ ਸਰੀਰ ਦੀ ਸਾਰੀ ਉਮਰ 112 ਸਾਲ ਹੈ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਪੁੱਤਰ ਮੇਰੀ ਉਮਰ 12 ਸਾਲ ਹੈ, ਤੁਹਾਡੀ ਅੱਜ ਪੂਰੀ ਹੋ ਜਾਣੀ ਹੈ। ਗੁਰੂ ਅਮਰਦਾਸ ਮਹਾਰਾਜ ਦੀ ਸਾਰੀ ਉਮਰ ਲਗਭਗ 95 ਸਾਲ ਦੀ ਪੂਰੀ ਹੋ ਗਈ ਸੀ। ਜੋਤੀ ਜੋਤ ਸਮਾ ਗਏ ਸੀ ਮਹਾਰਾਜ 95 ਸਾਲ ਦੀ ਉਮਰ ਵਿੱਚ। ਹੁਣ ਜਿਹੜੀ ਬਾਕੀ ਰਹੀ ਸੀ ਉਹ ਗੁਰੂ ਸਾਹਿਬ ਜੀ ਨੇ ਰਾਮਦਾਸ ਨੂੰ ਦਿੱਤੀ ਸੀ। ਹੁਣ ਗੁਰੂ ਅਮਰਦਾਸ ਮਹਾਰਾਜ ਰਾਮਦਾਸ ਨੂੰ ਕਹਿਣ ਲੱਗੇ, ਪੁੱਤਰ ਮੇਰੀ ਜਿਹੜੀ ਸਾਰੀ ਉਮਰ ਹੈ ਉਹ 112 ਸਾਲ ਹੈ। ਏ ਸੁਤ ਤੇਰੀ ਅਬਦ ਬਿਤਾਏ, ਮੈਂ ਅਬ ਜਾਨ ਲੀਨ ਅਗਵਾਏ।
ਇੱਕ ਸਤ ਸਮਤ 8 ਪਾਰ ਚਾਰੀ ਆਰ ਬਲਾ ਹਮਰੇ ਤਨ ਸਾਰੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੁੱਤਰ ਹੁਣ ਮੇਰੇ 6 ਸਾਲ 11 ਮਹੀਨੇ 18 ਦਿਨ ਬਾਕੀ ਰਹਿੰਦੇ ਨੇ। ਵੇਖੋ ਗੁਰੂ ਅਮਰਦਾਸ ਕਹਿਣ ਲੱਗੇ ਉਹ ਆਪਣੀ ਉਮਰ ਤੈਨੂੰ ਦੇ ਦਿੱਤੀ। ਦੇਖੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਕੀ ਜਿਹੜੀ ਉਮਰ ਰਹਿੰਦੀ ਸੀ ਆਪਣੇ ਜਵਾਈ ਰਾਮਦਾਸ ਨੂੰ ਦੇ ਦਿੱਤੀ। ਕਹਿਣ ਲੱਗੇ ਪੁੱਤਰ ਤੇਰੀ ਅੱਜ ਉਮਰ ਪੂਰੀ ਹੋ ਚੁੱਕੀ ਸੀ, ਅਸੀਂ ਜਿਹੜੀ ਸਾਡੀ ਬਾਕੀ ਰਹਿ ਗਈ ਉਹ ਤੈਨੂੰ ਦੇ ਦਿੱਤੀ ਹੈ। ਪ੍ਰੇਮਾ ਭਗਤੀ ਵਿੱਚ ਨਿਪੁੰਨ ਹੋ ਕੇ ਲੀਨ ਹੋ ਜਾ। ਆਪ ਖਟ ਬਰਖ ਇਕਾਦਸ ਮਾਸ ਦਿਓਸ ਅਸ਼ਟ 10 शेष घरहास। सो अपनी हम तुमको दीनस प्रेम भगत में लीन परवीनस। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਰਾਮਦਾਸ ਜੀ ਨੂੰ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ, ਦੋਵਾਂ ਨੇ ਗੁਰੂ ਪ੍ਰਾਪਤ ਕਰ ਲਿਆ। ਕਹਿਣ ਲੱਗੇ ਜਿਵੇਂ ਪਾਣੀ ਦਾ ਭਰਿਆ ਘੜਾ ਹੁੰਦਾ ਸਮੁੰਦਰ ਵਿੱਚ ਮਿਲ ਕੇ ਇੱਕੋ ਜਿਹਾ ਹੋ ਜਾਂਦਾ ਹੈ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ। ਜਿਵੇਂ ਆਪਾਂ ਵੇਖਦੇ ਆ ਨਾ ਮੀਂਹ ਪੈਂਦਾ ਤੇ ਜਦੋਂ ਪਾਣੀ ਚੋਂ ਬੁੜਬੁੜੇ ਬਣਦੇ ਨੇ ਨਾ ਉਹ ਪਾਣੀ ਦਾ ਰੂਪ ਹੁੰਦੇ ਨੇ, ਸਮੁੰਦਰ ਦੀ ਰੂਪ ਹੁੰਦੇ, ਸਮੁੰਦਰ ਵਿੱਚ ਹੀ ਸਮਾ ਜਾਂਦੇ ਨੇ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਰਾਮਦਾਸ ਜੀ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ। ਤੋਹੇ ਮੋਹੇ ਮੈਂ ਭੇਦ ਨ ਰਹਿਓ, ਇੱਕ ਸਰੂਪਤਾ ਦੋਨੋਂ ਲਹਿਓ। ਜਲ ਕੋ ਭਰਿਓ ਹੋਤ ਘਟ ਜੈਸੇ, ਪਰ ਉਦਤ ਰਹਿ ਇਕਤਾ ਤੈਸੇ। ਰਾਮਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ ਗੁਰੂ ਅਮਰਦਾਸ ਪੁੱਤਰ ਤੇਰਾ ਤੇ ਮੇਰਾ ਤਾਂ ਸਰੂਪ ਹੀ ਇੱਕ ਹੋ ਗਿਆ ਹੈ। ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਮਿਲੀ ਸੰਪੂਰਨ ਥੀਆ ਰਾਮ। ਕਿਵੇਂ ਵੀ ਫਰਕ ਨਹੀਂ ਪਛਾਣਿਆ ਜਾਣਾ। ਇਸ ਤਰ੍ਹਾਂ ਤੇਰੇ ਹਿਰਦੇ ਵਿੱਚ ਅਜਿਹੀ ਪ੍ਰੇਮਾ ਭਗਤੀ ਵਸੀ ਹੋਈ ਹੈ ਕਿ ਜਿਸ ਨੇ ਮੈਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਤਿਮ ਸਰੂਪ ਮੇਰੋ ਇੱਕ ਹੋਵਾ, ਕਿਉ ਹੂੰ ਭੇਦ ਪਰੈ ਨਹੀਂ ਜੋਵਾ। ਪ੍ਰੇਮ ਭਗਤ ਅਸ ਤਬ ਉਰਵਸੀ, ਬਸੀ ਕੀਨ ਮੋਹ ਕੋ ਕਰ ਜੀਸੀ। ਕਹਿੰਦੇ ਮੇਰਾ ਤੇ ਤੇਰਾ ਇੱਕੋ ਸਰੂਪ ਹੋ ਗਿਆ, ਕੋਈ ਫਰਕ ਨਹੀਂ ਰਿਹਾ। ਕਿਉਂਕਿ ਜਿੰਨੇ ਗੁਰੂ ਸਾਹਿਬਾਨ ਸਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਗੁਰੂ ਸਾਹਿਬਾਨ ਤੱਕ ਸੱਤਾ ਬਲਵੰਡ ਜੀ ਕਹਿੰਦੇ ਜੋ ਤੁਹਾਂ ਜੁਗਤ ਸਹਿਕਾਇਆ ਫਿਰ ਪਲਟੀਏ। ਜੋ ਇੱਕੋ ਸੀ, ਸਰੀਰ ਰੂਪੀ ਕੱਪੜਾ ਬਦਲਦਾ ਰਿਹਾ। ਗੁਰੂ ਸਾਹਿਬ ਦੀ ਵਿਚਾਰਧਾਰਾ ਇੱਕੋ ਸੀ 10 ਗੁਰੂ ਸਾਹਿਬਾਨਾਂ ਤੱਕ। ਬਾਬਾ ਅਮਰਦਾਸ ਕਹਿਣ ਲੱਗੇ ਮਹਾਰਾਜ ਵੀ ਇਸ ਤਰ੍ਹਾਂ ਤੇਰੇ ਹਿਰਦੇ ਵਿੱਚ ਅਜਿਹੀ ਪ੍ਰੇਮਾ ਭਗਤੀ ਵਸੀ ਹੋਈ ਹੈ ਜਿਹਨੇ ਤੈਨੂੰ ਮੈਨੂੰ ਵਸ ਵਿੱਚ ਕਰ ਲਿਆ। ਭਿਖ ਬੱਲੂ ਦਿਸ ਆਵਸ ਦੀਨ, ਦੀਨ ਮਨਾ ਜਿਨ ਸਭ ਸੁਨ ਲੀਨ। ਲੀਨ ਪ੍ਰੇਮ ਮਨ ਜਾਹੇ ਪ੍ਰਵੀਨ, ਬੀਨ ਨਲੇਰ ਲਿਹੋ ਸੁਭ ਚੀਨ। ਗੁਰੂ ਅਮਰਦਾਸ ਪਾਤਸ਼ਾਹ ਦਾ ਪਿਆਰਾ ਸਿੱਖ ਸੀ ਭਾਈ ਬੱਲੂ। ਇਹ ਗੁਰੂ ਸਾਹਿਬ ਦੀ ਸੇਵਾ ਕਰਦਾ ਸੀ। ਗੁਰੂ ਅਮਰਦਾਸ ਮਹਾਰਾਜ ਨੇ ਭਾਈ ਬੱਲੂ ਨੂੰ ਵੇਖਿਆ। ਗੁਰੂ ਸਾਹਿਬ ਕਹਿੰਦੇ ਬੱਲੂ ਜਿਸ ਨੇ ਉਦਾਸ ਮਨ ਨਾਲ ਸਭ ਗੱਲ ਸੁਣਨੀ ਸੀ, ਜਿਹਦਾ ਮਨ ਪ੍ਰਵੀਨ ਗੁਰੂ ਦੇ ਪ੍ਰੇਮ ਵਿੱਚ ਲੀਨ ਸੀ, ਇੱਕ ਸ੍ਰੇਸ਼ਟ ਨਾਰੀਅਲ ਦੇਖ ਕੇ ਚੁਣ ਲਵੋ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਬੱਲੂ ਨੂੰ ਬੱਲੂ ਇੱਕ ਵਧੀਆ ਜਿਹਾ ਨਾਰੀਅਲ ਦੇਖ ਕੇ ਚੁਣ ਲਵੋ। ਕਾਰੋ ਸਿੰਗਰੇ ਆਨੋ ਮੁਝ ਪਾਸੇ, ਪਾਸੇ ਜਮ ਨਹੀਂ ਸਦਾ ਨਿਰਾਸੇ। ਰਾਸੀ ਸੁਖ ਪ੍ਰਾਪਤ ਅਵਿਨਾਸੀ, ਨਾਸੀ ਹੰਤਾ ਵਿਸੇ ਉਦਾਸੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬੱਲੂ ਇੱਕ ਨਾਰੀਅਲ ਲੈ ਕੇ ਆਓ, ਜਲਦੀ ਕਰੋ ਮੇਰੇ ਕੋਲ ਲੈ ਕੇ ਆਓ। ਇਹ ਬੱਲੂ ਤੈਨੂੰ ਜਮਾਂ ਦੀ ਫਾਹੀ ਨਹੀਂ ਪਏਗੀ, ਤੂੰ ਸਦਾ ਆਸਾ ਸ਼ਾਮਾਂ ਤੋਂ ਰਹਿਤ ਰਿਹਾ ਹੈ। ਦੇਖੋ
ਗੁਰੂ ਸਾਹਿਬ ਦੀ ਸੇਵਾ ਕਰਦਾ ਸੀ। ਕਦੇ ਮਨ ਵਿੱਚ ਸੋਚਿਆ ਨਹੀਂ ਸੀ ਮੈਨੂੰ ਗੁਰਤਾ ਗੱਦੀ ਮਿਲੇ। ਬਾਬਾ ਬੁੱਢਾ ਜੀ ਸਦ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਸੀ। 6 ਗੁਰੂ ਸਾਹਿਬਾਨਾਂ ਤੱਕ ਆਪਣੇ ਹੱਥੀ ਤਿਲਕ ਦਿੰਦੇ ਰਹੇ ਗੁਰਤਾ ਗੱਦੀ ਦਾ। ਕਦੇ ਇੱਛਾ ਜਾਣ ਨਹੀਂ ਕੀਤੀ ਮੈਂ ਵੀ ਗੁਰੂ ਬਣਾ। ਕਦੇ ਵੀ ਨਹੀਂ ਸੋਚਿਆ ਵੀ ਮੈਂ ਇੰਨਾ ਚਿਰ ਹੋ ਗਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿੰਦਿਆਂ ਨੂੰ ਮੈਂ ਵੀ ਗੁਰੂ ਬਣਾ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਬੱਲੂ ਨੂੰ ਕਿਹਾ, ਬੱਲੂ ਤੂੰ ਵੀ ਆਸਾਂ ਇਛਾਵਾਂ ਤੋਂ ਰਹਿਤ ਹੈ। ਕਦੇ ਮਨ ਵਿੱਚ ਕੋਈ ਇੱਛਾ ਨਹੀਂ ਧਾਰਨ ਕੀਤੀ। ਨਾਸ ਰਹਿਤ ਵਾਹਿਗੁਰੂ ਦੇ ਸਾਰੇ ਸੁੱਖ ਪਹਿਲਾਂ ਹੀ ਪ੍ਰਾਪਤ ਹਨ। ਕਹਿਣ ਲੱਗੇ ਤੇਰੇ ਹੰਕਾਰ ਵਿਸੇ ਵਿਕਾਰ ਤੇ ਉਦਾਸੀ ਭੱਜ ਗਏ ਹਨ। ਰਾਮਦਾਸ ਕਰ ਵਾਉ ਇਸ਼ਨਾਨਾ, ਨਾਨਾ ਬਸਤਰ ਆਨ ਦੁਤਵਾਨਾ। ਪਹਿਰਾਵੋ ਨਹੀਂ ਦੇਰ ਲਗਾਵੋ, ਗਾਵੋ ਸ਼ਬਦ ਆਨੰਦ ਉਪਜਾਵੋ। ਗੁਰੂ ਰਾਮਦਾਸ ਮਹਾਰਾਜ ਜੀ ਵਾਸਤੇ ਬਾਬਾ ਅਮਰਦਾਸ ਕਹਿਣ ਲੱਗੇ, ਬੱਲੂ ਸ੍ਰੀ ਰਾਮਦਾਸ ਨੂੰ ਇਸ਼ਨਾਨ ਕਰਵਾਓ। ਅਨੇਕਾਂ ਪ੍ਰਕਾਰ ਦੇ ਸੋਭਾ ਵਾਲੇ ਵਸਤਰ ਲਿਆਓ, ਦੇਰੀ ਨਾ ਕਰੋ, ਇਹਨਾਂ ਨੂੰ ਪਹਿਨਾ ਦਿਓ। ਸ਼ਬਦ ਗਾਵੋ, ਆਨੰਦ ਪੈਦਾ ਕਰੋ। ਆਪਰ ਸੇਜ ਤਿਆਰੀ ਕਰਦੇ ਦੇਹ ਤਜਨ ਕੋ ਸਮਾ ਰਖੇ ਹੈ। ਸੁਨ ਕਰ ਬੱਲੂ ਇਮ ਗੁਰ ਜੀਤੇ, ਜੀਤੇ ਮਨ ਇੰਦਰ ਜਿਨ ਨੀਤੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਬੱਲੂ ਨੂੰ, ਬੱਲੂ ਤੇ ਨਾਲੇ ਹੋਰ ਵੀ ਸਮਗਰੀ ਤਿਆਰ ਕਰੋ, ਮੇਰੇ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ। ਗੁਰੂ ਅਮਰਦਾਸ ਕਹਿਣ ਲੱਗੇ, ਬੱਲੂ ਨਾਲੇ ਤਾਂ ਆਪਾਂ ਨੇ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਣਾ ਹੈ ਤੇ ਨਾਲੇ ਹੋਰ ਸਮਗਰੀ ਤਿਆਰ ਕਰੋ, ਅਸੀਂ ਜੋਤੀ ਜੋ ਸਮਾਉਣ ਦਾ ਸਮਾਂ ਆ ਗਿਆ। ਇੰਜ ਗੁਰੂ ਜੀ ਕੋਲੋਂ ਸੁਣ ਕੇ ਭਾਈ ਬੱਲੂ ਨੇ, ਜਿਸ ਨੇ ਮਨ ਤੇ ਇੰਦਰੀਆਂ ਨੂੰ ਜਿੱਤਿਆ ਹੋਇਆ ਸੀ, ਉਹਨੇ ਗੁਰੂ ਸਾਹਿਬ ਜੀ ਦੇ ਬਚਨ ਨੂੰ ਸੁਣਿਆ। ਆਸ਼ ਸ਼੍ਰੀ ਰਾਮਦਾਸ ਤਿਸ ਵਾਰ, ਵਾਰ ਮੇ ਬਲਤੇ ਮਜਤ ਚਾਰ। ਚਾਰ ਪਦਾਰਥ ਜਿਨ ਦਰਬਾਰ, ਬਾਰ ਬਿਨ ਪਾਏ ਸਭ ਸਾਰ। ਇਵੇਂ ਉਸਨੇ ਰਾਮਦਾਸ ਜੀ ਨੂੰ ਨਿਰਮਲ ਜਲ ਨਾਲ ਸੋਹਣੀ ਤਰ੍ਹਾਂ ਇਸ਼ਨਾਨ ਕਰਾਇਆ। ਜਿੰਨਾ ਗੁਰੂ ਸਾਹਿਬ ਦੇ ਦਰਬਾਰ ਵਿੱਚੋਂ ਚਾਰੇ ਪਦਾਰਥ ਤੇਰੀ ਤੋਂ ਬਿਨਾਂ ਸਾਰੇ ਕੋ ਵਾਰ ਪਾ ਦਿੱਤੇ। ਬੱਲੂ ਆਨੇ ਵਸਤਰ ਨਵੀਨ, ਪਹਿਰਾਏ ਸੁਖਮ ਦੁੱਤ ਪੀਨ। ਸ੍ਰੀ ਸਤਿਗੁਰ ਜੀ ਅਮਰ ਕਿਰਪਾਲੂ, ਪ੍ਰੇਮ ਸਹਿਤ ਸਨ ਮਾਨ ਵਿਸਾਲੂ। ਫਿਰ ਭਾਈ ਬੱਲੂ ਨੇ ਨਵੇਂ ਵਸਤਰ ਲਿਆਂਦੇ, ਕੋਮਲ ਪੂਰੇ ਤੇ ਛੱਬੀ ਵਾਲੇ ਕੱਪੜੇ ਪਹਿਨਾਏ ਰਾਮਦਾਸ ਜੀ ਨੂੰ। ਕਿਰਪਾਲੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰੇਮ ਨਾਲ ਬਹੁਤ ਸਤਿਕਾਰ ਕੀਤਾ। ਕਰ ਸੋ ਪਕੜ ਆਪਣੇ ਥਾਨ, ਬੈਠਾ ਰੇਖ ਹੈ ਕਿਰਪਾ ਨਿਦਾਨ। ਪਾਲ ਵਿਸਾਲ ਸੂ ਤਿਲਕ ਨਿਕਾਸਿਓ, ਤਿਸਤੇ ਮਹਦ ਪ੍ਰਕਾਸ਼ ਪ੍ਰਕਾਸ਼ਿਓ। ਕਿਰਪਾ ਦੇ ਭੰਡਾਰ ਗੁਰੂ ਅਮਰਦਾਸ ਜੀ ਨੇ ਹੱਥਾਂ ਨਾਲ ਫੜ ਕੇ ਰਾਮਦਾਸ ਜੀ ਨੂੰ ਆਹ ਕੇ ਆਪਣੀ ਥਾਂ ਬਿਠਾ ਦਿੱਤਾ। ਮੱਥੇ ਤੇ ਵੱਡਾ ਤਿਲਕ ਲਾ ਦਿੱਤਾ, ਜਿਸ ਨਾਲ ਮਹਾਨ ਤੇਜ ਦਾ ਫੁਲਾਓ ਹੋਇਆ। ਜੋਤਨ ਜੋਤ ਸਵਨ ਮਹਾਰਾਜਾ, ਤਿਸੇ ਸਿੰਘਾਸਨ ਮਨੋ ਵਿਰਾਜਾ। ਨਵ ਨਿਧ ਸਿੱਧਾ ਦੁਗਨ ਇਨਹੂ ਤੇ, ਰਿਤਾ ਪੂਰਨ ਜਗਤ ਜਿਨਹੂ ਤੇ। ਸਭ ਜੋਤੀਆਂ ਦੇ ਪ੍ਰਕਾਸ਼ ਮਹਾਰਾਜ ਮਾਨੋ ਗੱਦੀ ਤੇ ਵਿਰਾਜਮਾਨ ਹੋ ਗਿਆ ਹੋਵੇ। ਇਹਨਾਂ 9 ਨਿਧੀਆਂ ਤੋਂ ਦੁਗਣੀਆਂ ਭਾਵ 18 ਸਦੀਆਂ, ਜਿਨ੍ਹਾਂ ਕਰਕੇ ਦੁਨੀਆ ਵਿਚਰਦੀਆਂ ਮੁਕੰਮਲ ਸਨ। ਸਭ ਕੋ ਪ੍ਰੇਰਕ ਨਿਤ ਬਿਨ ਲਿਖਿਓ, ਲਿਪਿਓ ਪਾਲ ਵਿਸਾਲ ਕਾਲ ਤਿਸ ਦਿਪਿਓ। ਚੋਰੀ ਵਿਖੇ ਨਾਰੀਅਲ ਪਾਇਬ, ਤਿੰਨ ਲੋਕ ਸੁਆਮੀ ਸੋ ਬਨਾਇਬ। ਸਾਰਿਆਂ ਨੂੰ ਪ੍ਰੇਰਨਾ ਕਰਨ ਵਾਲਾ ਮਾਇਆ ਤੋਂ ਨਿਰਲੇਪ ਉਹਨਾਂ ਦਾ ਮਹਾਨ ਮਸਤਕ ਪ੍ਰਕਾਸ਼ਮਾਨ ਹੋ ਰਿਹਾ ਸੀ। ਰਾਮਦਾਸ ਜੀ ਝੋਲੀ ਵਿੱਚ ਨਾਰੀਅਲ ਗੁਰੂ ਅਮਰਦਾਸ ਮਹਾਰਾਜ ਨੇ ਪਾ ਦਿੱਤਾ। ਉਹਨਾਂ ਨੂੰ ਤਿੰਨੋਂ ਲੋਕਾਂ ਦਾ ਮਾਲਕ ਬਣਾ ਦਿੱਤਾ।
ਸੁਨ ਬੱਲੂ ਸੋ ਕੀਨ ਵਖਾਨ, ਮੋਹਨ ਅਪਰ ਮੋਹਨੀ ਆਨ, ਸਭ ਸੰਗਤ ਆਵੈ ਇਸ ਕਾਲ, ਦਾਸ ਸਿੱਖੈ ਛੋਟੇ ਸੂ ਵਿਸਾਲ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਬੁਲਾਉਣ ਵਾਸਤੇ ਭਾਈ ਬੱਲੂ ਨੇ ਭੇਜਿਆ। ਕਹਿਣ ਲੱਗੇ, ਬੱਲੂ ਮੇਰੇ ਦੋ ਪੁੱਤਰ ਨੇ ਮੋੜ ਤੇ ਮੋਰੀ, ਉਹਨਾਂ ਨੂੰ ਲੈ ਕੇ ਆਓ। ਇਸੇ ਵੇਲੇ ਸਾਰੇ ਛੋਟੇ ਵੱਡੇ ਸੇਵਕ ਤੇ ਸਿੱਖ ਸੰਗਤ ਸਾਰੇ ਕਿੱਥੇ ਇਕੱਠੇ ਹੋ ਜਾਓ। मेरो हुक्म सुनावन करिए, सकल हकारो बिलम पर हरिए है, तुरन पठे बुलावन ठाने, जह जह जिनको हुते ठिकाने। कहते मेरा हुक्म सारियां नूं सुना दिओ। गुरु अमरदास कहन लगे, भाई बल्लू जिन्नी संगत आई हुई है ना, सारियां नूं कह दिओ गुरु अमरदास महाराज जी ने बुलाया है। सारियां नूं बुला लो, देरी ना लाओ। जिथे जिथे ठिकाने सानू बुलाउण लई छेती भेज दिओ। सुन सुन सब मह रोरा परियो, साहिस गुरु प्यानो करियो, रामदास सतगुरु बनाए, बिस्मत बात सुनत चले आए। कहंदे सुन सुन के सारियां विच रौला पै गया। गुरु जी चलन परलोक सुधारन की इच्छा कर रहे हैं। श्री रामदास जी नूं गुरु थाप दिता है। सारियां नूं इस गल का पता लग गया। लोग हैरानगी वाली गल सुन के चल चल के आ रहे हैं। भाई बुढ़े आदिक सारे पहुंचे सिख आए गुरुद्वारे, दोनों पुत्र आए तत्काल, जब पूर्ण पे सवा विसाल। भाई बल्लू ने सारियां नूं कहा भी गुरु अमरदास महाराज जी ने बुलाया है। बाबा मुंडा जी सारे सिख गुरु जी के द्वार ते आके पहुंच गए। छेती नाल दोवें गुरु अमरदास महाराज के पुत्र भी आ गए। जिस वेले पूरी तरह बहुत बड़ा इकट्ठ हो गया। बोले प्रथम जुगम सुत साथ, रामदास को टेको माथ, होए नमर इन काल कमाई, आजर चरण गुण जुत समुदाई। तां गुरु अमरदास पहला दोवें पुत्रां नाल बोले। गुरु अमरदास महाराज अपने पुत्रां नूं कहण लगे, पुत्रो रामदास जी नूं मत्था टेको। इन्हां ने बहुत निमर होके काल कमाई की। ना जरे जान वाले नूं जरन दे गुण विच पूरे होए ने। क्योंकि रामदास जदों गुरु अमरदास महाराज चरनां विच सेवा कर रहे सन ना, लोकां ने वो बोलियां मारियां सन, वो मेहणे मारे सन जिहड़े ना जरे जान वाले सी। क्योंकि जिहड़े गुरमुख हुंदे ने ना, वो कोई माड़ा कहे कोई चंगा कहे कोई परवाह नहीं होंदी। सदों कोई माड़ा बोलदा उन्हां दा जीवन ऊंचा बनदा है। बाणी च कहा हर जन राम नाम गुण गावै, जे कोई निंद करे हर जन की अपना गुण ना गवावे। तुसी बाणी पढ़ी जाओ, तुहाडी निंदिया होई आ चंगी गल है। जे आपां किसी महात्मा लोक दी निंदिया करदे आ ना, अपना जीवन बर्बाद है, उन्हां दा कुछ नहीं बिगड़दा हुंदा। इसे तरह गुरु अमरदास कहण लगे, पुत्रो ये रामदास दा बहुत उच्चा जीवन है। इन्हां ने वो गल्लां सहारियां ने जिहड़ियां सहारन जोग नहीं हुंदियां। जदों लाहौर तो रामदास दे सरीके दे लोग आए से, बड़ियां बोलियां मारियां, बड़ा माड़ा चंगा किया, पर रामदास जी चुप रहे, एक भी वचन नहीं बोले। ते खिमा गुरु अमरदास तो मंगी, महाराज मेरे सरीके दे लोग ने माफ मैनू कर दिओ। देखो किन्नी निमरता सी। इसे करके बाणी कहंदे नानक फिक्का बोलिया, तन मन फिक्का होए, फिक्को फिक्का सदिया, फिक्के फिक्की सोए। जेड़ा बंदा फिक्के वचन बोलदा है ना, वो किसी दा कुछ नहीं बिगड़दा हुंदा। वो अपना जीवन नीमा कर लैंदा है, अपना मन तन फिक्का कर लैंदा है।
ਹੁਣ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਕਿਹਾ, ਪੁੱਤਰੋ ਇਹ ਰਾਮਦਾਸ ਦਾ ਹੀ ਜੀਵਨ ਬਹੁਤ ਪਵਿੱਤਰ ਹੈ, ਇਹਦੇ ਵਿੱਚ ਬੜੇ ਗੁਣ ਹਨ। ਇਹਨੇ ਉਹ ਗੱਲਾਂ ਸਹਾਰੀਆਂ ਨੇ ਜਿਹੜੀਆਂ ਨਾ ਸਹਾਰਨ ਯੋਗ ਸਨ। ਮੋਹਨ ਜਿਹ ਸੁਭਾਵ ਮਸਤਾਨਾ, ਨਹਿ ਰਾਖੈ ਕਹੇ ਕੀ ਕਬ ਕਾਨਾ। ਸਭ ਮੈਂ ਬੋਲਿਓ ਨਿਵੋ ਨ ਆਗੈ, ਆਮਰੀ ਵਸਤ ਦੇਨ ਇਨ ਲਾਗੇ। ਬਾਬੇ ਮੋਹਨ ਦਾ ਸੁਭਾਅ ਮਸਤਾਨਾ ਸੀ, ਨੇ ਕਦੇ ਵੀ ਕਿਸੇ ਦੀ ਮੁਹਤਾਜੀ ਨਹੀਂ ਸੀ ਦੇਖੀ। ਸਾਰਿਆਂ ਵਿੱਚ ਆਖਿਆ, ਰਾਮਦਾਸ ਦੇ ਅੱਗੇ ਮੈਂ ਸਿਰ ਨਹੀਂ ਨਵਾਵਾਂਗਾ, ਸਾਡੀ ਹੀ ਚੀਜ਼ ਇਹਨਾਂ ਨੂੰ ਦੇਣ ਲੱਗੇ। ਵੇਖੋ ਬੜਾ ਔਖਾ ਹੁੰਦਾ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਣਾਂ ਦੇ ਆਧਾਰ ਤੇ ਚੋਣ ਹੋਈ ਹੈ। ਗੁਰੂ ਸਾਹਿਬ ਨੇ ਨਹੀਂ ਵੇਖਿਆ ਮੇਰੇ ਪੁੱਤਰ ਨੇ, ਨਹੀਂ ਜਿਹੜੇ ਯੋਗ ਸੀ। ਹੁਣ ਗੁਰੂ ਅਮਰਦਾਸ ਮਹਾਰਾਜ ਦਾ ਪੁੱਤਰ ਕਹਿੰਦਾ ਮੈਂ ਮੱਥਾ ਨਹੀਂ ਟੇਕਣਾ। ਕਿਉਂ ਨਹੀਂ ਟੇਕਣਾ? ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਸੀ। ਗੁਰੂ ਦੇ ਪੁੱਤਰਾ, ਮੈਂ ਗੁਰੂ ਦਾ ਵੱਡਾ ਪੁੱਤਰ ਹਾਂ, ਸਾਨੂੰ ਮਿਲਣੀ ਚਾਹੀਦੀ, ਤੇ ਉਹਨੇ ਮੱਥਾ ਨਹੀਂ ਟੇਕਿਆ। ਚਿਰੰਕਾਲ ਰਹਿ ਸਦਨ ਹਮਾਰੇ, ਕਰੀ ਗੁਜਰ ਸਭ ਜੁਤ ਪਰਵਾਰੇ। ਊਚਤ ਬੈਠਵੋ ਤੁਮੈ ਪਿਛਾਰੀ, ਆਹੈ ਮਾਲਕੀ ਸਰਬ ਹਮਾਰੀ। ਬਾਬਾ ਮੋਹਨ ਕਹਿੰਦਾ, ਸਤਿਗੁਰੂ ਪਿਤਾ ਬਹੁਤ ਸਮੇਂ ਤੋਂ ਸਾਡੇ ਘਰ ਹੈ ਕਿ ਸਾਰੇ ਪਰਿਵਾਰ ਸਮੇਤ ਆਪਣਾ ਗੁਜ਼ਾਰਨ ਕਰਦੇ ਰਹੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਸੀ ਰਾਮਦਾਸ। ਉਹ ਕਹਿੰਦਾ ਮੇਰੀ ਭੈਣ ਵੀ ਇੱਥੇ ਰਹੀ ਹੈ, ਇਹ ਆਪਣਾ ਜਵਾਈ ਵੀ ਇੱਥੇ ਖਾਂਦਾ ਰਿਹਾ ਹੈ, ਤੁਹਾਡੇ ਪਿੱਛੋਂ ਗੁਰਤਾ ਗੱਦੀ ਤੇ ਬੈਠਣ ਸਾਡੇ ਲਈ ਉਚਿਤ ਬਣਦਾ ਸੀ। ਸਾਰੀ ਮਲਕੀਅਤ ਸਾਡੀ ਹੈ, ਇਹਦਾ ਸਾਡੇ ਘਰ ਰੋਟੀ ਖਾਂਦਾ ਰਿਹਾ, ਇਹਨੇ ਆਪਣੇ ਪਿੰਡ ਜਾਣਾ ਸੀ। ਦੇਖੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਜਵਾਈ ਨੂੰ ਦਿੱਤੀ। ਕਿਉਂ ਦਿੱਤੀ? ਯੋਗ ਸੀਗਾ, ਜਵਾਈ ਬਣ ਕੇ ਨਹੀਂ ਰਿਹਾ, ਸੇਵਾਦਾਰ ਬਣ ਕੇ ਰਿਹਾ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਪੁੱਤਰਾਂ ਨੂੰ ਛੱਡ ਕੇ ਆਪਣੇ ਜਵਾਈ ਨੂੰ ਗੁਰਤਾ ਗੱਦੀ ਦਿੱਤੀ। ਬਾਬਾ ਮੋਹਨ ਕਹਿਣ ਲੱਗਾ, ਅਸੀਂ ਨਹੀਂ ਮੱਥਾ ਟੇਕ ਸਕਦੇ, ਸਾਡੀ ਮਲਕੀਅਤ ਸੀ, ਅਸੀਂ ਗੁਰਤਾ ਗੱਦੀ ਦੇ ਮਾਲਕ ਸਾ। ਆਪਰ ਸੰਬੰਧੀ ਰਾਵਰ ਕੇਰੇ, ਰਹਿ ਸਮੀਪੀ ਅਸ ਚਰਜ ਹੇਰੇ। ਇਹ ਪੀ ਹੈ ਤਿਨ ਸਭਨ ਸਮਾਨਾ, ਆਪ ਪਦ ਦੇਵੇ ਲਗੇ ਮਹਾਨਾ। ਬਾਬਾ ਮੋਹਨ ਕਹਿੰਦਾ, ਹੋਰ ਜਿਹੜੇ ਸਾਰੇ ਸੰਬੰਧੀ ਆਪ ਕੋਲ ਆਰਾਮ ਨਾਲ ਰਹਿੰਦੇ ਵੇਖੇ, ਇਹ ਵੀ ਉਹਨਾਂ ਵਰਗੇ ਸੀ, ਹੁਣ ਇਸ ਨੂੰ ਮਹਾਨ ਪਦਵੀ ਦੇਣ ਲੱਗੇ ਹੋ। ਬਾਬਾ ਮੋਹਨ ਕਹਿਣ ਲੱਗਾ, ਮਹਾਰਾਜ ਸਤਿਗੁਰੂ ਪਿਤਾ ਕਿੰਨੇ ਸੇਵਾਦਾਰ ਸੀ, ਭਾਈ ਬੱਲੂ ਵਰਗੇ, ਬਾਬਾ ਬੁੱਢਾ ਜੀ, ਹੋਰ ਕਿੰਨੇ ਸੇਵਕ ਸਨ, ਉਹ ਵੀ ਤਾਂ ਤੇਰੇ ਕੋਲ ਰਹਿੰਦੇ ਸੀ, ਉਹਨਾਂ ਵਰਗਾ ਇਹ ਸੀਗਾ। ਫਿਰ ਗੁਰਤਾ ਗੱਦੀ ਤੇ ਮਾਲਕ ਅਸੀਂ ਸੀ, ਤੁਸੀਂ ਇਹਨੂੰ ਬਹੁਤ ਵੱਡੀ ਮਹਾਨ ਪਦਵੀ ਦੇ ਦਿੱਤੀ ਹੈ। ਹਮ ਰਾਵਰ ਕੇ ਨੰਦਨ ਹੈ, ਗੁਰਤਾ ਪਦ ਤੇ ਛੁਛੇ ਰਹਿ। ਤੋ ਨਾ ਕਿਹੂੰ ਮਾਤ ਨਿਵਾਵੇਂ, ਸਤਿਗੁਰ ਕੇਸ ਪੁੱਤ ਕਹਿਲਾਵੇਂ। ਦੇਖੋ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਕਹਿਣ ਲੱਗੇ, ਪਿਤਾ ਜੀ ਅਸੀਂ ਆਪ ਦੇ ਪੁੱਤਰ ਹਾਂ, ਗੁਰਤਾ ਦੀ ਪਦਵੀ ਤੁਸੀਂ ਖਾਲੀ ਰਹਿ ਗਏ। ਆਪਣੇ ਪਿਤਾ ਨੂੰ ਕਹਿਣ ਲੱਗੇ, ਪਿਤਾ ਜੀ ਲੋਕ ਕੀ ਕਹਿਣਗੇ, ਗੁਰੂ ਦੇ ਪੁੱਤਰ ਸੀ, ਗੁਰਤਾ ਗੱਦੀ ਦੀ ਪਦਵੀ ਨਹੀਂ ਮਿਲੀ, ਖਾਲੀ ਰਹਿ ਗਏ। ਮੋਹਨ ਕਹਿੰਦਾ, ਅਸੀਂ ਉਹਨੂੰ ਕਿਉਂ ਮੱਥਾ ਟੇਕੀਏ, ਅਸੀਂ ਗੁਰੂ ਦੇ ਪੁੱਤਰ ਖਵਾਉਂਦੇ ਹਾਂ, ਸਾਡਾ ਹੱਕ ਸੀ ਗੁਰਤਾ ਗੱਦੀ ਦਾ। ਤੁਸੀਂ ਉਸ ਮਹਾਨ ਪਦਵੀ ਤੇ ਰਾਮਦਾਸ ਨੂੰ ਬਿਠਾ ਦਿੱਤਾ ਹੈ। ਜਬ ਮੋਹਨ ਕੋ ਐਸੇ ਲਹਿਓ, ਪੁੱਤਰ ਦੂਸਰੇ ਸੋ ਤਬ ਕਹਿਓ। ਸਿੱਕੇ ਪਦ ਨੰਦਨ ਤੁਮ ਲੇਵੋ, ਨਹ ਲੇਵੋ ਤੋ ਅਬ ਕਹਿ ਦੇਵੋ। ਅਮਰਦਾਸ ਮਹਾਰਾਜ ਗੁਰੂ ਸਾਹਿਬਾਨ ਦੇ ਵੱਡੇ ਪੁੱਤ ਨੇ ਕਿਹਾ, ਮੈਂ ਨਹੀਂ ਮੱਥਾ ਟੇਕਣਾ, ਅਸੀਂ ਮੱਥਾ ਟੇਕਾਂਗੇ, ਅਸੀਂ ਗੁਰੂ ਦੇ ਪੁੱਤਰ ਹਾਂ, ਇਹ ਤਾਂ ਸਾਡੇ ਘਰ ਦਾ ਸੇਵਾਦਾਰ ਸੀ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਦੂਸਰੇ ਪੁੱਤਰ ਨੂੰ ਕਿਹਾ,
ਕਹਿਣ ਲੱਗੇ ਪੁੱਤਰ ਤੁਸੀਂ ਗੁਰਸਿੱਖੀ ਦੀ ਪਦਵੀ ਲੈ ਲਵੋ, ਜੇ ਨਹੀਂ ਲੈਣੀ ਤਾਂ ਹੁਣ ਕਹਿ ਦਿਓ। ਸੋਨਤ ਮੋਹਰੀ ਰਿਜੇ ਵਿਚਾਰਾ, ਸ਼੍ਰੀ ਨਾਨਕ ਪਸਤਾਵ ਚਿਤਾਰਾ। ਹੁਣ ਸ੍ਰੀ ਅੰਗਦ ਕੀਨ ਸੇ ਐਸੇ, ਸਰਬ ਬਿਰਤਾਂਤ ਵਿਚਾਰਿਓ ਤੈਸੇ। ਕਹਿੰਦੇ ਸੁਣਦਿਆਂ ਮੋਹਰੀ ਨੇ ਹਿਰਦੇ ਵਿੱਚ ਵਿਚਾਰ ਕੀਤਾ ਤੇ ਗੁਰੂ ਨਾਨਕ ਪਾਤਸ਼ਾਹ ਵਾਲਾ ਪਿਛਲਾ ਪ੍ਰਸੰਗ ਯਾਦ ਕੀਤਾ। ਫਿਰ ਗੁਰੂ ਅੰਗਦ ਦੇਵ ਜੀ ਨੇ ਇਸੇ ਤਰ੍ਹਾਂ ਕੀਤਾ, ਸਾਰੇ ਇਸੇ ਤਰ੍ਹਾਂ ਪ੍ਰਸੰਗ ਵਿਚਾਰਿਆ। ਜਿਸਕੇ ਜਗ ਹੈ ਭਾਗ ਵਡੇਰੇ, ਪੂਰਨ ਕਿਰਪਾ ਦ੍ਰਿਸ਼ਟ ਤਿਸ ਹੇਰੇ। ਕਾਲੀ ਕਾਲ ਪਰਹਿ ਜਿਸ ਥਾਏ, ਇਸ ਵਡਿਆਈ ਕੋ ਸੋ ਪਾਏ। ਉਹ ਕਹਿੰਦਾ ਜਿਹਦੇ ਵੱਡੇ ਭਾਗ ਜਾਗਦੇ ਨੇ, ਗੱਲ ਕਿਸਮਤ ਦੀ ਹੁੰਦੀ ਹੈ। ਤੁਹਾਡੀ ਜ਼ਿੰਦਗੀ ਵਿੱਚ ਜੇ ਸੁੱਖ ਲਿਖਿਆ, ਕੋਈ ਬੰਦਾ ਤੁਹਾਨੂੰ ਦੁਖੀ ਨਹੀਂ ਕਰ ਸਕਦਾ। ਜੇ ਦੁੱਖ ਹੈ ਤਾਂ ਤੁਹਾਨੂੰ ਕੋਈ ਸੁਖੀ ਨਹੀਂ ਕਰ ਸਕਦਾ। ਇਹ ਦੁੱਖ ਸੁੱਖ ਪਰਮਾਤਮਾ ਦੇ ਹੱਥ ਵਿੱਚ ਹੈ। ਤੁਹਾਡੀ ਪਰਮਾਤਮਾ ਦੇ ਬਖਸ਼, ਤੁਹਾਡੇ ਦੇ ਵਾਹਿਗੁਰੂ ਦੀ, ਉਹਦੀਆਂ ਬਖਸ਼ਾਂ ਨੂੰ ਕੋਈ ਖੋ ਨਹੀਂ ਸਕਦਾ ਹੁੰਦਾ। ਜਿੰਨਾ ਮਰਜ਼ੀ ਜ਼ੋਰ ਲਾਈ ਜਾਏ, ਕੋਈ ਈਰਖਾ ਕਰੀ ਜਾਏ। ਹੁਣ ਬਾਬਾ ਮੋਹਰੀ ਕਹਿੰਦਾ ਵੀ ਜਿਹਦੇ ਵੱਡੇ ਭਾਗ ਹੁੰਦੇ ਨੇ, ਉਸ ਉੱਪਰ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ ਨੇ, ਉਹਨਾਂ ਦੀ ਮਿਹਰ ਹੁੰਦੀ ਹੈ। ਜਿਹਦੀ ਕੀਤੀ ਕਮਾਈ ਦੀ ਘਾਲ ਟਿਕਾਣੇ ਪੈ ਜਾਵੇ, ਅਜਿਹੀ ਵਡਿਆਈ ਉਹਨੂੰ ਮਿਲਦੀ ਹੈ। ਵਡਿਆਈਆਂ ਖੁਸ਼ੀਆਂ ਮਾਲਕ ਨੇ ਦੇਣੀਆਂ ਹੁੰਦੀਆਂ ਨੇ, ਉਹਦੇ ਹੱਥ ਵਿੱਚ ਨੇ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਉਹ ਮਾਲਕ ਦੇ ਹੱਥ ਹੈ ਦਾਤ, ਖੁਸ਼ੀਆਂ ਜੋ ਕੁਛ ਦੇਣਾ ਹੈ। ਸਤਿਗੁਰੂ ਪਾਤਸ਼ਾਹ ਦਾ ਪੁੱਤਰ ਕਹਿਣ ਲੱਗਾ ਜਿਹਦੇ ਭਾਗ ਜਾਗਦੇ ਨੇ, ਉਹੀ ਵਡਿਆਈ ਨੂੰ ਪਾ ਸਕਦਾ ਹੈ। ਕਰੇ ਈਰਖਾ ਕੈਸ਼ਹੂ ਕੋਈ, ਮਿਟੈ ਨਹੀਂ ਉਲਟੋ ਦੁਖ ਹੋਈ। या ते श्री पित के अनुसारी, इसमें शोभा होए हमारी। देखो गुरु अमरदास मेरा दूजा पुत्र कहन लगा, जे कोई किसी नाल ईर्खा करदा है तां उस दा कुछ नहीं बिगाड़ सकदा हुंदा। कदे भी कदे किसी ईर्खा ना करो किसी नाल, असीं ओहदा कुछ नहीं बिगाड़ सकदे हुंदे। किसी दे हत्थ विच हिस्से विच खुशियां आईयां ने, सुख मालक ने दिता है, जिन्ना मर्जी ईर्खा करी जाओ, ਉਹ ਸੁਖ ਦਾਤਾ ਤੁਸੀਂ ਆਪਣੇ ਪਾਸ ਨਹੀਂ ਰੱਖ ਸਕਦੇ, ਨਹੀਂ ਲੈ ਸਕਦੇ। ਕਹਿਣ ਲੱਗੇ ਜੇ ਕੋਈ ਈਰਖਾ ਕਰਦਾ ਉਹਦਾ ਕੁਝ ਨਹੀਂ ਵਿਗੜ ਸਕਦਾ ਹੁੰਦਾ, ਸਗੋਂ ਉਲਟਾ ਬੰਦਾ ਦੁਖੀ ਹੁੰਦਾ ਹੈ। ਕਿਉਂਕਿ ਬਹੁਤਾਤ ਲੋਕ ਜਿੰਨਾ ਅੱਜ ਦੁਖੀ ਦੂਜੇ ਨੂੰ ਵੇਖ ਕੇ ਨੇ ਨਾ, ਇਹਨਾਂ ਬਿਮਾਰੀਆਂ ਨਾਲ ਕੋਈ ਦੁਖੀ ਨਹੀਂ ਹੈ। ਬਸ ਦੂਜੇ ਦਾ ਵੇਖ ਕੇ ਸਾੜਾ ਕਰੀ ਜਾਣਾ। ਕੋਈ ਅੱਗੇ ਨੂੰ ਵੱਧਦਾ ਹੈ, ਕਿਸੇ ਦੀ ਵਡਿਆਈ ਹੈ, ਉਹ ਦੂਜਾ ਆਪਣੀ ਈਰਖਾ ਦੀ ਅੱਗ ਵਿੱਚ ਦੂਜਾ ਹੀ ਸੜੀ ਜਾ ਰਿਹਾ ਹੈ। ਇਸ ਕਰਕੇ ਬਾਬਾ ਮੋਹਰੀ ਜੀ ਕਹਿਣ ਲੱਗੇ ਈਰਖਾ ਕਰਨ ਦੇ ਨਾਲ ਕਦੇ ਕਿਸੇ ਦਾ ਕੁਝ ਨਹੀਂ ਵਿਗੜਿਆ, ਸਗੋਂ ਬੰਦਾ ਆਪ ਉਲਟ ਦੁਖੀ ਹੁੰਦਾ ਹੈ। ਉਹ ਕਹਿਣ ਲੱਗਾ ਸ੍ਰੀ ਪਿਤਾ ਦੇ ਮੁਤਾਬਕ ਚੱਲਣ ਤੇ ਇਸ ਵਿੱਚ ਸਾਡੀ ਸੋਭਾ ਹੈ। ਦੂਜਾ ਗੁਰੂ ਸਾਹਿਬ ਦਾ ਪੁੱਤਰ ਕਹਿਣ ਲੱਗਾ ਵੀ ਜਦੋਂ ਗੁਰੂ ਅਮਰਦਾਸ ਮੇਰੇ ਪਿਤਾ ਨੇ ਗੁਰਤਾ ਗੱਦੀ ਦੇ ਦਿੱਤੀ, ਇਹਦੀ ਕਿਸਮਤ ਵਿੱਚ ਲਿਖੀ ਹੋਈ ਸੀ ਵੀ ਜੇ ਅਸੀਂ ਈਰਖਾ ਕਰਾਂਗੇ ਨਾ, ਅਸੀਂ ਇਹਦਾ ਕੁਝ ਨਹੀਂ ਵਿਗਾੜ ਸਕਦੇ। ਜੇ ਅਸੀਂ ਆਪਣੇ ਪਿਤਾ ਦੇ ਕਹਿਣ ਦੇ ਮੁਤਾਬਕ ਚੱਲਾਂਗੇ ਤਾਂ ਸਾਡੀ ਸੋਭਾ ਹੋਣੀ ਹੈ। ਏਮ ਵਿਚਾਰ ਕਰ ਠਾਡੋ ਹੋਵਾ, ਸਗਰੀ ਸੰਗਤ ਨੇ ਤਬ ਜੋਵਾ। ਬੁੱਢੇ ਆਦ ਜੇ ਸੇਵਕ ਸਾਰੇ, ਖਰੇ ਪਏ ਗੁਰ ਸੁਤ ਵਿਚਵਾਰੇ। ਵੱਡੇ ਪੁੱਤਰ ਨੇ ਨਹੀਂ ਮੱਥਾ ਟੇਕਿਆ, ਕਹਿਣ ਲੱਗਾ ਮੈਂ ਨਹੀਂ ਟੇਕਣਾ, ਸਾਡੀ ਜਾਇਦਾਦ ਸਾਡਾ ਹੱਕ ਸੀ ਗੁਰਤਾ ਗੱਦੀ ਦਾ। ਜਿਹੜਾ ਗੁਰੂ ਸਾਹਿਬ ਦਾ ਦੂਜਾ ਪੁੱਤਰ ਸੀ ਉਹ ਕਹਿਣ ਲੱਗਾ ਵੀ ਜੇ ਆਪਾਂ ਗੁਰੂ ਸਾਹਿਬ ਦਾ ਹੁਕਮ ਮੰਨ ਲਈਏ, ਬਚਨ ਸਾਡੀ ਸੋਭਾ ਹੋ ਜਾਣੀ ਹੈ ਸੰਗਤ ਵਿੱਚ। ਉਹ ਵਿਚਾਰ ਕੇ ਖੜਾ ਹੋ ਗਿਆ। ਉਦੋਂ ਸਾਰੀ ਸੰਗਤ ਨੇ ਦੇਖਿਆ ਬਾਬਾ ਬੁੱਢਾ ਜੀ ਆ ਜਿੰਨੇ ਸਿੱਖ ਸੇਵਕ ਸਨ, ਗੁਰੂ ਜੀ ਦੇ ਪੁੱਤਰ ਪਿੱਛੇ ਖੜੇ ਹੋ ਗਏ। ਮਾਨ ਮੋਹਰੀ ਪਿਤ ਕੇ ਬਹਿਨ, ਕਾਰੇ ਆਨੰਦ ਜੁਤ ਫੁਲਿਤ ਨੈਣ। ਰਾਮਦਾਸ ਕੇ ਚਰਨੀ ਪਰਿਓ, ਤਨ ਤਨ ਸਭ ਹਨ ਤਬ। ਕਹਿੰਦੇ ਮੋਹਰੀ ਜੀ ਨੇ ਪਿਤਾ ਦੇ ਬਚਨ ਮੰਨੇ, ਉਹ ਨੈਣ ਪ੍ਰਸੰਨਤਾ ਸਹਿਜ ਫੁੱਲ ਬਾਗ ਖੜੇ ਗਏ।
ਉਹ ਰਾਮਦਾਸ ਦੇ ਚਰਨਾਂ ਤੇ ਟੈ ਪਿਆ। ਉਸ ਵੇਲੇ ਸਭ ਨੇ ਧੰਨ ਧੰਨ ਆਖਿਆ। ਬਹੁਰੇ ਸਗਰੀ ਸੰਗਤ ਹੀਰ ਪਰੇ ਚਰਨ ਪਰ ਤਿਸ ਹੀ ਫੇਰ ਤਰ ਤਰ ਸਰਬ ਉਪਾਇ ਨੇ ਆਗੇ ਬੰਦੈ ਕਰ ਜੋ ਰਹਿ ਬੜ ਪਾਗੇ। ਕਹਿੰਦੇ ਵੇ ਸਾਰੀ ਸੰਗਤ ਵੀ ਵੇਖ ਉਸ ਵੇਲੇ ਗੁਰੂ ਦੇ ਚਰਨਾਂ ਤੇ ਟੈ ਪਈ। ਸਾਰੇ ਭਟਾਵਾਂ ਅੱਗੇ ਰੱਖ ਕੇ ਹੱਥ ਜੋੜ ਕੇ ਉਹ ਵੱਡੇ ਭਾਗਾਂ ਵਾਲੇ ਨੂੰ ਨਮਸਕਾਰ ਕਰਨ ਲੱਗੇ। ਪਹਿਲਾਂ ਗੁਰੂ ਸਾਹਿਬ ਦੇ ਪੁੱਤਰ ਨੇ ਮੱਥਾ ਟੇਕਿਆ, ਫੇਰ ਜਿੰਨੀ ਸੰਗਤੀ ਸਾਰਿਆਂ ਨੇ ਰਾਮਦਾਸ ਮਹਾਰਾਜ ਜੀ ਨੂੰ ਮੱਥਾ ਟੇਕਿਆ। ਸਾਥਿਤ ਭਏ ਸਭ ਹੀ ਤਿਸ ਕਾਲਾ ਬੋਲੇ ਸ੍ਰੀ ਗੁਰੂ ਅਮਰ ਕਿਰਪਾਲਾ। ਪੁੱਤਰ ਮੋਹਰੀ ਕਰੋ ਬਖਾਨਾ ਰਾਮਦਾਸ ਕੋ ਕਿਆ ਕਰ ਜਾਨਾ। ਉਸ ਵੇਲੇ ਸਾਰੇ ਖਲੋ ਗਏ। ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪੁੱਤਰ ਨੂੰ ਆਖਿਆ, ਹੈ ਪੁੱਤਰ ਮੋਹਰੀ ਮੈਨੂੰ ਦੱਸੋ ਤੂੰ ਰਾਮਦਾਸ ਜੀ ਨੂੰ ਕਿਸ ਪ੍ਰਕਾਰ ਜਾਣਿਆ ਹੈ। ਕਿਮ ਜਾਣੈ ਹਮ ਤੇ ਪਛਾਤੀ ਚਿਤ ਕੀ ਬਿਰਤੀ ਕਹੂੰ ਜਿਸ ਬਾਤੀ। ਹਾਥ ਜੋੜ ਤਬ ਸਭ ਮੈਂ ਕਹਿਓ ਸੁਨੋ ਪਿਤਾ ਜੀ ਮੈਂ ਜਿਮ ਲਹਿਓ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੁੱਤਰ ਸਾਡੇ ਵਿੱਚੋਂ ਕਿਵੇਂ ਜਾਣੇਗਾ? ਜਦੋਂ ਅਸੀਂ ਦੁਨੀਆ ਤੋਂ ਚਲੇ ਗਏ, ਜੋਤੀ ਜੋਤ ਸਮਾ ਗਏ, ਵਿੱਚੋਂ ਕਿਵੇਂ ਜਾਣੇਗਾ? ਜਿਸ ਪ੍ਰਕਾਰ ਦੀ ਸੁਰਤੀ ਹੈ ਦੱਸੋ। ਮਹਾਰਾਜ ਕਹਿੰਦੇ, ਪੁੱਤ ਦੱਸ। ਉਸ ਵੇਲੇ ਹੱਥ ਜੋੜ ਕੇ ਸਾਰਿਆਂ ਵਿੱਚ ਆਖਿਆ, ਪਿਤਾ ਜੀ ਸੁਣੋ ਮੈਂ ਜਿਵੇਂ ਜਾਣਿਆ ਹੈ। ਸ਼੍ਰੀ ਨਾਨਕ ਸ੍ਰੀ ਅੰਗਦ ਸੁਆਮੀ ਤ੍ਰਿਤੀਏ ਤੁਮ ਹੋ ਅੰਤਰਜਾਮੀ। ਸੋ ਸਰੂਪ ਹੈ ਚੌਥੋ ਹੋਵਾ ਸ੍ਰੀ ਗੁਰੂ ਰਾਮਦਾਸ ਜੋਵਾ। ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਹਨ, ਦੂਸਰੇ ਸੁਆਮੀ ਗੁਰੂ ਅੰਗਦ ਦੇਵ ਜੀ, ਤੀਜੇ ਸਥਾਨ ਤੇ ਸਤਿਗੁਰੂ ਪਿਤਾ ਜੀ ਤੁਸੀਂ ਅੰਤਰਜਾਮੀ ਹੋ। ਗੁਰੂ ਅਮਰਦਾਸ ਮਹਾਰਾਜ ਦਾ ਪੁੱਤਰ ਮੋਰ ਕੈਮੋਰੀ ਕਹਿਣ ਲੱਗਿਆ, ਪਿਤਾ ਜੀ ਇਹ ਹੁਣ ਤੁਹਾਡਾ ਚੌਥਾ ਸਰੂਪ ਹੋਇਆ ਹੈ। ਮੈਂ ਇਹਨਾਂ ਨੂੰ ਤੁਹਾਡਾ ਚੌਥਾ ਸਰੂਪ ਜਾਣਾਂਗਾ। ਇੰਜ ਮੈਂ ਗੁਰੂ ਰਾਮਦਾਸ ਨੂੰ ਦੇਖਿਆ ਹੈ, ਜਾਣਿਆ ਹੈ। ਸੁਣ ਗੁਰ ਜੁਤ ਸਭ ਪਏ ਪ੍ਰਸੰਨ ਪੁੱਤਰ ਮੋਹਰੀ ਤੂੰ ਬੜ ਧਨ। ਸਭ ਤੇ ਸ੍ਰੇਸ਼ਟ ਬੁੱਧ ਉਦਾਰੇ ਮਿਲਿਓ ਸਦਾ ਤੂੰ ਸੰਗ ਹਮਾਰੇ। ਸੁਣ ਕੇ ਗੁਰੂ ਅਮਰਦਾਸ ਬੜੇ ਖੁਸ਼ ਹੋਏ, ਕਹਿਣ ਲੱਗੇ, ਪੁੱਤਰ ਮੋਹਰੀ ਤੂੰ ਬਹੁਤ ਧਨ ਹੈ, ਤੇਰੀ ਸਾਰਿਆਂ ਨਾਲੋਂ ਸ੍ਰਿਸ਼ਟ ਬੁੱਧੀ ਹੈ, ਤੂੰ ਹਮੇਸ਼ਾ ਸਾਡੇ ਨਾਲ ਮਿਲਿਆ ਰਹੇਗਾ। ਦੋਹਰਾ ਪਇਓ ਸਭਨ ਕੋ ਮੋਹਰੀ ਨਾਮ ਮੋਹਰੀ ਤੋਹੇ। ਕੀਨੋ ਸਾਰਥ ਸੋ ਅਭੈ ਮਮ ਅਭੇਦਤਾ ਹੋਏ। ਕਹਿਣ ਲੱਗੇ, ਪੁੱਤਰ ਤੂੰ ਸਾਰਿਆਂ ਦਾ ਆਗੂ ਹੈ, ਤੇਰਾ ਨਾਮ ਵੀ ਮੋਹਰੀ ਹੈ। ਤੂੰ ਆਪਣੇ ਨਾਂ ਨੂੰ ਹੁਣ ਸਫਲ ਕਰ ਲਿਆ ਹੈ। ਹੁਣ ਮੇਰੇ ਤੇਰੇ ਵਿੱਚ ਕੋਈ ਫਰਕ ਨਹੀਂ ਰਿਹਾ। ਕਿਉਂ ਭਈ ਇੱਕੇ ਕੁਲ ਹੋਏ ਸੰਤ ਉਦਾਰੇ। ਤੁਮਨੇ ਦਿਆਲੀ ਜਗ ਨਿਸਤਾਰੇ। ਸੁਨਤ ਮੋਹਰੀ ਕਹਿ ਵਡ ਪਾਗੇ ਧਰਮ ਰਾਏ ਲੇਖਾ ਲੈ ਆਗੇ। ਕਹਿਣ ਲੱਗੇ, ਇੱਕ ਸੰਤ 21 ਕੁਲਾਂ ਦਾ ਉਦਾਰ ਕਰਦਾ, ਤੂੰ ਦੁਨੀਆ ਵਿੱਚ 42 ਕੁਲਾਂ ਦਾ ਉਦਾਰ ਕਰੇਗਾ। ਮਹਾਰਾਜ ਕਹਿੰਦੇ, ਇਹ ਸੁਣ ਕੇ ਵੱਡੇ ਭਾਗਾਂ ਵਾਲੇ ਬਾਬਾ ਮੋਹਰੀ ਨੇ ਕਿਹਾ, ਜਦੋਂ ਧਰਮ ਰਾਏ ਅੱਗੇ ਲੇਖਾ ਮੰਗੇਗਾ ਤੇ ਲੇਖੇ ਤੇ ਜਬ ਛੁੱਟ ਜਾਏ ਤਬ ਉਧਾਰ ਨਿਜ ਕੁਲ ਕੋ ਪਏ। ਸੁਨ ਗੁਰ ਕਹਿਓ ਅਛਤ ਤਨ ਮੋਹੀ ਲੇਖਾ ਦਿਓ ਚੁਕਾਏ ਜੇ ਹੋਈ। ਜਦੋਂ ਉਸ ਲੇਖੇ ਤੇ ਛੁੱਟ ਜਾਵਾਂਗੇ ਤਾਂ ਹੀ ਆਪਣਾ ਕੁਲ ਦਾ ਉਧਾਰ ਹੋਏਗਾ। ਸੁਣ ਕੇ ਗੁਰੂ ਅਮਰਦਾਸ ਕਹਿਣ ਲੱਗੇ, ਪੁੱਤਰਾ ਅਸਾ ਤਨ ਦੇ ਹੁੰਦਿਆਂ ਹੀ ਧਰਮ ਰਾਜ ਦਾ ਤੇਰਾ ਲੇਖਾ ਹੀ ਮੁਕਾ ਦਿੱਤਾ ਸੀ। ਧਰਮ ਰਾਏ ਕੈ ਨਿਕਟ ਨ ਜੈਹੋ ਪੰਥ ਅਪਰਹੀ ਹਮ ਟਿਕ ਐਹੋ। ਤੂੰ ਮਮ ਸਿੱਖ ਪੁਨਿਤ ਸੋ ਪਇਓ ਸਿੱਖੀ ਪਦ ਮੈਂ ਤੋ ਕਹੂੰ ਦਿਓ। ਗੁਰੂ ਅਮਰਦਾਸ ਕਹਿੰਦੇ, ਪੁੱਤਰ ਤੈਨੂੰ ਧਰਮ ਰਾਜ ਦੇ ਨੇੜੇ ਨਹੀਂ ਜਾਣਾ ਪੈਣਾ।
ਉਹ ਰਸਤੇ ਰਾਹੀਂ ਤੂੰ ਸਾਡੇ ਪਾਸ ਆਏਗਾ। ਤੂੰ ਮੇਰਾ ਪਵਿੱਤਰ ਸਿੱਖ ਹੋ ਗਿਆ ਹੈ। ਮੈਂ ਤੈਨੂੰ ਸਿੱਖੀ ਦੀ ਪਦਵੀ ਦੇ ਦਿੱਤੀ ਹੈ। संतत वरद है समूह तुम्हारे, तिनको सिखी दीन गारे। तो कुल पूज है मोको नित, आपर न चित तरह कब प्रीत। तेरी सारी संतान बहुत फैलेगी। ਉਹਨਾਂ ਨੂੰ ਪਹਿਲਾਂ ਹੀ ਸਿੱਖੀ ਦੀ ਬਖਸ਼ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਤੇਰੀ ਕੁਲ ਸਦਾ ਮੇਰੀ ਹੀ ਪੂਜਾ ਕਰੇਗੀ, ਹੋਰ ਕਿਸੇ ਨਾਲ ਮਨ ਵਿੱਚ ਪ੍ਰੇਮ ਨਹੀਂ ਧਾਰਨਗੇ। मैं ही देव सो पितर जठेरे, मैं ही इष्ट देव कुल तेरे। एम संवाद सुनो जब कान, रामदास जी कीन बखान। मैं ही तेरी बड़े वडेरियां ते जठेरियां दा गुरु रूपी देवता हां। मैं ही तेरे कुल दा इष्ट देव हां। ਜਦੋਂ ਰਾਮਦਾਸ ਜੀ ਨੇ ਐਵੇਂ ਦੇ ਬਚਨ ਕੰਨੀ ਸੁਣੇ ਤਾਂ ਰਾਮਦਾਸ ਜੀ ਬੋਲੇ, ਆਦਿਕ ਪ੍ਰੇਮ ਲੋਚਨ ਜਲ ਛਾਵਾ, ਗੁਰ ਚਰਿਤ੍ਰ ਹੇਰਤ ਵਿਸਮਾਵਾ। ਸ੍ਰੀ ਪ੍ਰਭ ਮੁਝ ਸਿੱਖੀ ਪਦ ਦੀਜੈ, ਆਪ ਮੋਹਰੇ ਕੋ ਗੁਰ ਕੀਜੈ। ਜਦੋਂ ਰਾਮਦਾਸ ਨੇ ਬਚਨ ਸੁਣੇ ਉਹਨਾਂ ਦੀ ਅੱਖਾਂ ਵਿੱਚੋਂ ਬਹੁਤ ਪ੍ਰੇਮ ਦੇ ਸਦਕਾ ਪਾਣੀ ਆ ਗਿਆ। ਗੁਰੂ ਸਾਹਿਬ ਦੇ ਕੌਤਕ ਦੇਖ ਕੇ ਹੈਰਾਨ ਹੋ ਗਏ। ਬੋਲੇ ਸਤਿਗੁਰੂ ਜੀ ਮੈਨੂੰ ਸਿੱਖੀ ਦੀ ਪਦਵੀ ਬਖਸ਼ੋ, ਤੁਸੀਂ ਮੋਹਰੀ ਨੂੰ ਗੁਰੂ ਬਣਾ ਦਿਓ। ਰਾਮਦਾਸ ਕਹਿਣ ਲੱਗੇ ਮਹਾਰਾਜ ਮੈਨੂੰ ਸਿੱਖੀ ਦੇ ਦਿਓ। ਗੁਰੂ ਤੁਸੀਂ ਆਪਣੇ ਪੁੱਤਰ ਮੋਹਰੀ ਨੂੰ ਬਣਾ ਦਿਓ। मैं हूँ दास आपको जैसे, निज मन थे जान तिन तैसे। गुरता उचित जुगम तु नंदन, मोह को उचित इन्हों पग वंदन। रामदास कहन लगे महाराज मैं तो अपना नमाना जा सेवक हाँ। सो इन्हां मोहरी जी नूं अपने मन इस तरह जानते हुए गुरगद्दी तुहाडे पुत्रां दी जोग है। ਰਾਮਦਾਸ ਕਹਿਣ ਲੱਗੇ ਮਹਾਰਾਜ ਤੁਸੀਂ ਗੁਰਤਾ ਗੱਦੀ ਤੁਹਾਡੇ ਪੁੱਤਰਾਂ ਨੂੰ ਦਿਓ ਜੋਗ ਨੇ। ਮੇਰੇ ਲਈ ਇਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਨਾ ਹੀ ਉਚਿਤ ਹੈ। ਸ੍ਰੀ ਗੁਰ ਸੰਤ ਪ੍ਰਸੰਗ ਚਿਤਾਰਾ, ਹਮਨੇ ਦਿਨੋ ਹੁਤੋ ਤੁਮਾਰਾ। ਪੂਰਵ ਕਹਿਓ ਹੁਤੋ ਵਰਦਾਨਾ, तिसको देना समय अब जाना। गुरु अमरदास महाराज ने सुन के प्रसंग याद करवाया। असी तुहाडा देना सी, वर देना पहला ही कहा सी, उस वर दा सी हुण समा जानिया है। अत गरीब हो संतत मेरी, निरहंकार ना होए किस बेरी। कीजे इनकी नित कृतपाल, मिले रहो कर प्रीत विशाला। गुरु अमरदास कहन लगे मेरी संतान बहुत निमर हंकार रहत है, किसी नाल वैर नहीं करेगी, हमेशा इन्हां दी पालना करनी है, बहुत प्रेम दे नाल मिल के रहना है। आन एकत्र भयो परवारू, हेरै सतगुर के विवहारू। उठ कर बड़ पागन तब पानी, पेचे आगे कर जोर वखानी। सारा परिवार इकट्ठा हो गया। सारे गुरु साहब दा वार देख रहे सन। उस वेले बड़े भागां वाली गुरु साहब दी छोटी पुत्री बीबी पानी उठ के आ गई। अपने पिता गुरु साहब दे अगे हाथ जोड़ के कहन लगी, हे प्रभु तुम बख्शी गुरियाई, रहे हमारे वंश सदाई। होवे न असको दासे गारी, कार सेवा लेवे पद पारी। दोवें हाथ जोड़ के अपने पिता गुरु नूं कहन लगी, पिता जी तुसी हुण रामदास नूं गुरियाई बख्शी है, ਇਹ ਹਮੇਸ਼ਾ ਲਈ ਸਾਡੇ ਫੁੱਲ ਵਿੱਚ ਰਹਿਣੀ ਚਾਹੀਦੀ ਹੈ। ਕਹਿਣ ਲੱਗੇ ਪਿਤਾ ਸਤਿਗੁਰੂ ਜੀ ਜਦੋਂ ਤੱਕ ਗੁਰਤਾ ਗੱਦੀ ਰਹੇਗੀ ਸਾਡੇ ਪਰਿਵਾਰ ਵਿੱਚ ਰਹਿਣੀ ਚਾਹੀਦੀ ਹੈ। ਅੱਗੋਂ ਨੂੰ ਕੋਈ ਇਸ ਤਰ੍ਹਾਂ ਦਾ ਸੇਵਕ ਨਾ ਹੋਵੇ
ਜੋ ਸੇਵਾ ਕਰਕੇ ਭਾਰੀ ਪਦ ਗੁਰਿਆਈ ਪ੍ਰਾਪਤ ਕਰ ਸਕੇ। ਬਾਰਨਿਜ ਦੇਹੋ ਨਾ ਜਾਵੇ ਆਨ, ਰਹਿ ਸਥਿਰ ਅਬ ਇਸੀ ਥਾਨ। ਸੁਨਤ ਕਿਰਪਾਲ ਹੋਰ ਬਚ ਕਹੇ, ਨਹਿ ਕਿਤ ਜਾਹੇ ਤੁਮਰੇ ਘਰ ਰਹੇ। ਕਹਿੰਦੇ ਪਿਤਾ ਜੀ ਆਪਣਾ ਵਰ ਇੰਜ ਦਿਓ ਕਿ ਗੁਰਿਆਈ ਹੋਰ ਥਾਂ ਨਾ ਜਾਵੇ। ਗੁਰੂ ਅਮਰਦਾਸ ਮਹਾਰਾਜ ਦੀ ਧੀ ਕਹਿਣਗੇ ਪਿਤਾ ਜੀ ਗੁਰਤਾ ਗੱਦੀ ਹੋਰ ਥਾਂ ਨਾ ਚਲੀ ਜਾਏ, ਹੁਣ ਇਸੇ ਘਰ ਵਿੱਚ ਪੱਕੀ ਤਰ੍ਹਾਂ ਕਾਇਮ ਰਹੇ। ਸੁਣ ਕੇ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਹੋ ਕੇ ਬਚਨ ਕੀਤਾ, ਧੀਏ ਗੁਰਗੱਦੀ ਅੱਗੇ ਕਿਤੇ ਨਹੀਂ ਜਾਵੇਗੀ, ਤੁਹਾਡੇ ਘਰ ਵਿੱਚ ਰਹੇਗੀ। ਤੋ ਬਿਮਲ ਸਰੀਤਾ ਜਲ ਚਲਤਾ, ਪਾਇਓ ਬੰਧਨ ਆਗੇ ਟਲਤਾ। ਹੋਵੇ ਕਲੇਸ਼ ਉਪਦਰਭ ਪਾਰੇ, ਜਿਨ ਕੋ ਨਾ ਸਕੈ ਨਿਰਵਾਰੇ। ਗੁਰੂ ਅਮਰਦਾਸ ਮਹਾਰਾਜ ਨੂੰ ਆਉਣ ਵਾਲੇ ਸਮੇਂ ਦਾ ਸਾਰਾ ਪਤਾ ਸੀ। ਗੁਰੂ ਨੇ ਇਹ ਗੱਲ ਕਹਿ ਦਿੱਤੀ, ਧੀਏ ਗੁਰਤਾ ਗੱਦੀ ਤੇਰੇ ਵਾਂਸ ਵਿੱਚ ਰਹੇਗੀ, ਤੇਰੇ ਘਰ ਤੋਂ ਬਾਹਰ ਨਹੀਂ ਜਾਏਗੀ। ਪਰ ਜਿਵੇਂ ਨਦੀ ਦਾ ਪਾਣੀ ਸਵੱਛ ਜਲ ਚੱਲਦਾ, ਰੁਕਾਵਟਾਂ ਪਾਉਣ ਤੇ ਵੀ ਅੱਗੇ ਨੂੰ ਤੁਰਦਾ ਹੈ, ਭਾਵੇਂ ਕਹਿ ਦਿੱਤਾ ਧੀਏ ਰੁਕਾਵਟਾਂ ਬਹੁਤ ਆਉਣੀਆਂ ਨੇ, ਪਰ ਗੁਰਤਾ ਗੱਦੀ ਤੇਰੇ ਘਰ ਵਿੱਚ ਰਹੇਗੀ। ਪਾਤਸ਼ਾਹ ਕਹਿੰਦੇ ਧੀਏ ਬਹੁਤ ਦੁੱਖ ਮੁਸੀਬਤਾਂ ਆਉਣਗੀਆਂ, ਜਿਨ੍ਹਾਂ ਤੋਂ ਕੋਈ ਵੀ ਛੁਟਕਾਰਾ ਨਹੀਂ ਦਿਵਾ ਸਕੇਗਾ। ਦੇਖੋ ਗੁਰੂ ਸਾਹਿਬ ਨੇ ਆਪਣੀ ਧੀ ਨੂੰ ਕਹਿਤਾ, ਧੀਏ ਗੁਰਤਾ ਗੱਦੀ ਤੇਰੇ ਘਰ ਵਿੱਚ ਰਹੇਗੀ, ਪਰ ਮੁਸੀਬਤਾਂ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈਣਾ ਹੈ, ਰੁਕਾਵਟਾਂ ਬਹੁਤ ਆਉਣੀਆਂ ਹਨ। ਲక్ష్ਮੀ ਸ੍ਰੀ ਨਾਨਕ ਟਿਕ ਗਈ, ਦੁਆਦਸ ਕੋਸ ਦੂਰ ਥਿਰ ਥਈ। ਖਸ਼ਟ ਕੋਸ ਸ੍ਰੀ ਅੰਗਦ ਰਾਖੀ, ਨਿਕਟ ਹੋਣ ਕੋ ਤਿਨਹੁ ਨਾ ਪਾਖੀ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਕੋਲ ਮਾਇਆ ਗਈ ਸੀ, ਮਹਾਰਾਜ ਨੇ 12 ਕੋ ਦੂਰ ਖੜੀ ਕਰ ਦਿੱਤੀ। ਗੁਰੂ ਅੰਗਦ ਦੇਵ ਮਹਾਰਾਜ ਨੇ ਮਾਇਆ ਨੂੰ 6 ਕੋ ਪਰੇ ਰੱਖਿਆ, ਉਹਨਾਂ ਕੋਲੋਂ ਲਈ ਕੋਈ ਬਚਨ ਨਹੀਂ ਕੀਤਾ। ਆਨ ਹਮਾਰੋ ਠਾਂਡੀ ਦਵਾਰ, ਕਰਿਓ ਆਪਨੋ ਜੋਰ ਉਦਾਰ। ਪੈਸ ਕਾਰ ਅੰਤ ਨਹੀਂ ਪਇਓ, ਖਾਰੀ ਰਹੀ ਦਰ ਪਰ ਹਿਤ ਲਿਓ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਧੀਏ ਹੁਣ ਸਾਡੇ ਦਰਵਾਜ਼ੇ ਕੋਲ ਮਾਇਆ ਆ ਕੇ ਖੜੀ ਹੋ ਗਈ ਹੈ, ਉਹ ਆਪਣਾ ਬਹੁਤ ਜ਼ੋਰ ਲਗਾਉਂਦੀ ਹੈ, ਉਹ ਅੰਦਰ ਪ੍ਰਵੇਸ਼ ਨਹੀਂ ਹੋ ਸਕੀ। ਪ੍ਰੇਮ ਸਹਿਤ ਉਹ ਦਰਵਾਜ਼ੇ ਤੇ ਖੜੀ ਰਹੀ। ਆਪ ਤੁਮਰੇ ਕਰ ਵਿਖੇ ਪ੍ਰਵੇਸ਼ੀ, ਬਿਗਨ ਕਲੇਸ਼ਨ ਵਿਖੇ ਵਿਸ਼ੇਸ਼ੀ। ਤਹੁ ਅਲੇਪ ਰਹਿ ਸਮਾਹੀ, ਇਸ ਕੋ ਦੋਸ ਸਕੈ ਛਵੈ ਨਾਹੀ। ਗੁਰੂ ਅਮਰਦਾਸ ਕਹਿਣ ਲੱਗੇ ਧੀਏ ਸਾਡੇ ਤਾਂ ਬੂਹੇ ਤੇ ਖੜੀ ਰਹੀ, ਅੰਦਰ ਨਹੀਂ ਆ ਸਕੀ ਮਾਇਆ, ਹੁਣ ਇਹ ਤੁਹਾਡੇ ਘਰ ਵਿੱਚ ਦਾਖਲ ਹੋ ਗਈ ਹੈ। ਇਹ ਬਹੁਤ ਦੁੱਖ ਮੁਸੀਬਤਾਂ ਤੇ ਰੁਕਾਵਟਾਂ ਵਾਲੀ ਹੈ, ਜਿੰਨੇ ਕਲੇਸ਼ ਨੇ ਮਾਇਆ ਦੇ ਨੇ, ਜਿੰਨਾ ਹੰਕਾਰ ਆਉਂਦਾ ਮਾਇਆ ਕਰਕੇ ਹੁੰਦਾ ਹੈ। ਜਿਹੜੀ ਮਾਇਆ ਹੈ ਇਹ ਨਾਲ ਹੰਕਾਰ, ਕਾਮ, ਕ੍ਰੋਧ, ਲੋਭ, ਵੈਰ, ਵਿਰੋਧ, ਈਰਖਾ ਨਾਲ ਲੈ ਕੇ ਆਉਂਦੀ ਹੈ। ਜਿਹੜੀ ਈਰਖਾ, ਕਾਮ, ਕ੍ਰੋਧ ਹੈ ਇਹ ਬੰਦੇ ਚੰਗੇ ਗੁਣ ਖਤਮ ਕਰਦੇ ਨੇ। ਚੰਗੇ ਗੁਣਾਂ ਨੂੰ ਇਹ ਕਾਮ, ਕ੍ਰੋਧ, ਈਰਖਾ, ਚੁਗਲੀ, ਨਿੰਦਿਆ ਜਿਹੜੇ ਸਾਡੇ ਵਿੱਚ ਚੰਗੇ ਗੁਣ ਹੁੰਦੇ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਤੁਹਾਡਾ ਜੀਵਨ ਨੀਵੇਂ ਪੱਧਰ ਤੇ ਚਲਾ ਜਾਂਦਾ ਹੈ। ਕਦੇ ਨਾ ਨਿੰਦਿਆ ਕਰੋ ਤੇ ਨਾ ਕਦੇ ਨਿੰਦਿਆ ਹਮੇਸ਼ਾ ਲਈ ਸੁਣਨੀ ਵੀ ਨਹੀਂ ਚਾਹੀਦੀ। ਪਾਤਸ਼ਾਹ ਕਹਿਣ ਲੱਗੇ ਧੀਏ ਮੇਰੇ ਤਾਂ ਬੂਹੇ ਤੇ ਖੜੀ ਰਹੀ ਸੀ, ਮਾਇਆ ਤੇਰੇ ਘਰ ਵਿੱਚ ਆ ਗਈ ਹੈ, ਦੁੱਖ ਮੁਸੀਬਤਾਂ ਰੁਕਾਵਟਾਂ ਵਾਲੀ ਹੈ, ਫਿਰ ਵੀ ਤੁਸੀਂ ਇਸ ਤੋਂ ਨੱਲੇ ਪਰੋਗੇ, ਇਹਦੇ ਔਗਣ ਤੁਹਾਨੂੰ ਛੂ ਨਹੀਂ ਸਕਣਗੇ। ਦੋਹਰਾ ਇਸ ਪ੍ਰਕਾਰ ਬਰ ਗੁਰਦੇ, ਮੁੱਦਤ ਸੁਤਾਹਿਤ ਮਾਨ। ਰਾਮਦਾਸ ਸ੍ਰੀ ਸਤਿਗੁਰੂ ਕੀਨੇ ਵਿਦਤ ਜਹਾਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਧੀ ਬੀਬੀ ਭਾਨੀ ਦਾ ਭਲਾ ਮੰਨ ਕੇ ਖੁਸ਼ ਹੋ ਕੇ ਵਰ ਦਿੱਤੇ, ਧੀਏ ਮੁਸੀਬਤ ਆਉਣਗੀਆਂ, ਰੁਕਾਵਟ ਆਉਣਗੀਆਂ ਜ਼ਿੰਦਗੀ ਵਿੱਚ, ਪਰ ਗੁਰਤਾ ਗੱਦੀ ਤੇਰੇ ਘਰ ਵਿੱਚ ਰਹੇਗੀ। ਸ੍ਰੀ ਰਾਮਦਾਸ ਜੀ ਨੂੰ ਸਤਿਗੁਰੂ ਦੀ ਪਦਵੀ ਬਖਸ਼ ਕੇ
दुनिया का प्रसिद्ध बना दिता। वो सी कदे महाराज रामदास पातशाह का जीवन पढ़ के वेखो कि किसी समय गुरु रामदास महाराज लाहौर दी गलियां विच जतीम हो गए। छोटे जे होंदे मां को चढ़ाई कर गए ते एक टाइम दी रोटी मिलदी, कई बार भुखे सौ जाते सन। फिर उन्हां दे नानी जी वासर के लैके आए सी। बहुत मुसीबतां रुकावटां दा सामना करना पिया। वो समाया फिर गुरु अमरदास पातशाह ने गुरता गदी बख्श दी। धन धन रामदास गुरु जिन सिरिया तिन सवारिया, पूरी हुई करामात हर सिरजन हारै तारिया। चौथे गुरु बने वेखो। गल बख्शां दी है, सेवा दी है, निमरता विच रहो, कदे किसी दी बराबरी ना करो। तुहानू कोई माड़ा कहंदा है, जे आपां दी बराबरी करांगे वी तुहाडे ते उहदे विच फर्क ही की रहा। कोई निंदिया करदा खुश हो के करी जाए, कोई परवाह नहीं है। पर तुसी बाणी पढ़ो, संगत करो, द्वारा कुछ नहीं बिगड़ सकदा हुंदा। तुसी बस अपने जीवन वल ध्यान दिओ। अपना जीवन सोहना होना चाहिए। बाणी नाल जुड़ो, रोज गुरु घर आओ, इतिहास सुनो शाम सवेरे, क्योंकि साडे कोले समा बहुत हुंदा प्यारिओ। आपां दिन विच बहुत साडे कोले समा हुंदा है, सहज पाठ भी कर सकते हैं, शाम नूं गुरु घर भी हाजरी भर सकते हैं, क्योंकि संगत का प्रभाव मन ते पैंदा है। जिन्नी असीं संगत करांगे साडा जीवन पवित्र हो जाता है। चुगली निंदिया सो हमेशा लई दूर रहिंदा है। बाणी च किहा है, निंदिया भली किसे की नाही मनमुख मुग्ध करन। निंदिया हुंदी है गल होवे ना, किसी नूं अपने कोलों बल बना के बदनामी करनी नूं निंदिया किया जाता है। इह तो दूर रहिए, बस बाणी पढ़िए, नितनेमी बणीए। कल नूं प्यारिओ संगत जी संगरांद है, अस्सू दे महीने दी कल नूं छुट्टी भी है। सारिया संगतां ने परिवार समेत टाइम दे नाल अमृत वेले गुरु घर पहुंच करके हाजरी भरनी है। कोई भी गुरमुख प्यारा हाजरी तो वांझा ना रहे। अमृत वेले भोग पाए जाणगे। सारी संगत ने कल नूं गुरु घर पहुंच करके पूरा पूरा लाहा लैना है। सारी संगत दा बहुत धन्नवाद। वाहिगुरु जी का खालसा, वाहिगुरु जी की फतेह।